ਧੰਨ ਵਾਹਿਗੁਰੂ ਸਾਹਿਬ ਜੀ। जो हमरी बिद होती मेरे सतगुरा, सा बिद तुम हर जानहु आपे। हम रुलते फिरते कोई बात ना पूछता। हम रुलते फिरते कोई बात ना पूछता। गुर सतगुर संग कीरे हम थापे। धन धन गुरु नानक जन केरा, जित मिलिया चूके सब सोग संतापे। धन धन गरीब नवाज दीन दुनिया दे मालिक, चवर छतर तखत दे मालिक, हाजरा हजूर जहरा जहूर, सर्ब कला भरपूर, नाम बाणी के जहाज। धन धन श्री गुरु ग्रंथ साहिब जी महाराज। सतगुरां दे चरणां दे विच संगत दे रूप विच सजी होई गुरु की प्यारी, गुरु की साजी नवाजी, गुरु प्यारी गुरु सवारी संगत जीओ। चौथे पातशाह सोढ़ी सुल्तान धन धन गुरु रामदास साहब सच्चे पातशाह जी का गुरपुरब बड़े ही प्यार दे नाल इस सुंदर नगर दीयां संगतां मना रहीआं हन। गुरबाणी जी का कीर्तन सचखंड श्री हरमंदर साहब जी दे हजूरी रागी गुरमुख प्यारियां ने आप जी नूं सरवण करवाया है। गुरु की संगत जिहड़ी है वो गुरमुखों सदा ही वड्डी है। असीं चाहे 5-7 फुट उच्चे बैठे होइए, पर गुरु की संगत वड्डी है। महाराज ने बाणी विच किरपा कीती है, विच संगत हर प्रभ वसै जीओ। संगत विच वाहिगुरु जी आप वसदे हन। मैनू एक दिन एक गुरमुख प्यारे कहन लगे, कहंदे ज्ञानी जी कदी रब दी आवाज़ सुनी है? मैं कहा जी नहीं। साडी इन्नी कित्थों पहुँच है भी असीं रब दी आवाज़ सुनीए? कहन लगे जदों सारी संगत इकट्ठी हो के सतनाम वाहिगुरू दा जाप करे, वो जिहड़ी आवाज़ हुंदी है वो रब दी आवाज़ हुंदी है। जदों संगत इकट्ठी हो के किसी थां उत्ते बैठ के सतनाम वाहिगुरू बोले उहदी आवाज़ सुनिया करो, कहंदे ध्यान नाल। वो आवाज़ रब दी आवाज़ हुंदी है।
ਇਹ ਮੈਂ ਆਰੰਭਤਾ ਤੇ ਤਾਂ ਬੇਨਤੀ ਕੀਤੀ ਹੈ। 2-4 ਮਿੰਟ ਆਰੰਭਤਾ ਦੇ ਉੱਤੇ ਆਪਾਂ ਸਤਨਾਮ ਵਾਹਿਗੁਰੂ ਜਪਣਾ ਹੈ। ਅੱਖਾਂ ਬੰਦ ਕਰਕੇ ਗੱਜ ਕੇ ਬੋਲਣਾ ਹੈ, ਔਰ ਜੋ ਤੁਸੀਂ ਬੋਲਣਾ ਹੈ ਇਹਨੂੰ ਤੁਸੀਂ ਧਿਆਨ ਨਾਲ ਆਪ ਆਪਣੇ ਕੰਨਾਂ ਰਾਹੀਂ ਸਰਵਣ ਕਰਨਾ, ਸੁਣਨਾ ਹੈ। ਕਾਰਨ ਅਸੀਂ 1 ਘੰਟਾ ਕਥਾ ਕਰੀਏ, ਕੀਤੀ ਹੋਈ ਕਥਾ ਹੋ ਸਕਦਾ ਤੁਹਾਡੇ ਮਨ ਨੂੰ ਇੰਨੀ ਸ਼ਾਂਤੀ ਨਾ ਦੇਵੇ, ਪਰ 5-7 ਮਿੰਟ ਜਦੋਂ ਸੁਰਤ ਟਿਕਾ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਜਪੋਗੇ ਤੇ ਗੁਰਮੁਖੋ 5-7 ਮਿੰਟ ਜੇ ਤੁਹਾਡਾ ਧਿਆਨ ਜੁੜ ਗਿਆ ਤੇ ਤੁਹਾਡਾ ਮਨ ਜ਼ਿਆਦਾ ਸ਼ਾਂਤ ਹੋ ਜਾਣਾ। ਆਓ ਪਿਆਰ ਨਾਲ 2-4 ਮਿੰਟ ਆਪਾਂ ਪਹਿਲਾਂ ਗੁਰਮੰਤਰ ਦਾ ਜਾਪ ਕਰਾਂਗੇ। ਕੁਝ ਸਮੇਂ ਲਈ ਜਦੋਂ ਮਹਾਰਾਜ ਦੇ ਚਰਨਾਂ 'ਚ ਬਈਏ ਨਾ, ਸਾਨੂੰ ਦੁਨੀਆ ਦਾ ਚੇਤਾ ਭੁੱਲ ਜਾਣਾ ਚਾਹੀਦਾ। ਤਾਈਓ ਸਾਡਾ ਬਣਦਾ ਕੁਝ ਨਹੀਂ ਸਾਧ ਸੰਗਤ ਜੀ। ਅਸੀਂ ਮਹਾਰਾਜ ਦੇ ਚਰਨਾਂ 'ਚ ਵੀ ਬਹਿਨੇ ਆ ਤੇ ਸੱਜੇ ਪਾਸੇ ਖੱਬੇ ਪਾਸੇ ਆਸੇ ਪਾਸੇ ਧਿਆਨ ਵੀ ਬੜਾ ਰੱਖਦੇ ਆ। ਸਾਡੀ ਆਤਮਾ ਦਾ ਸੰਬੰਧ ਪਰਮਾਤਮਾ ਨਾਲ ਨਹੀਂ ਬਣ ਪਾਉਂਦਾ। ਇਹ ਸੰਬੰਧ ਬਣਾਉਣਾ ਹੈ, ਸੁਰਤ ਜੋੜਨੀ ਹੈ, ਧਿਆਨ ਜੋੜਨਾ ਹੈ, ਫਿਰ ਗੱਲ ਰੱਬ ਨਾਲ ਹੁੰਦੀ ਹੈ। ਇਸ ਕਰਕੇ ਸੁਰਤੀਆਂ ਬਿਰਤੀਆਂ ਇਕਾਗਰ ਰੱਖਣੀਆਂ। ਇੱਕ ਸਿੰਘ ਇੱਧਰ ਖਲੋ ਜੋ ਇਸ ਪਰਦੇ ਦੇ ਪਾਸੇ, ਜੇ ਕੋਈ ਲੰਘੇ ਵੀ ਤੇ ਉਹਨੂੰ ਬੋਲਣ ਨਹੀਂ ਦੇਣਾ, ਕਿਉਂਕਿ ਮੇਰੇ ਬਿਲਕੁਲ ਲਾਗੇ ਆ। ਇੱਕ ਸਿੰਘ ਇੱਧਰ ਖਲੋ ਜੋ। ਆਓ ਪਿਆਰ ਨਾਲ ਸਾਰੇ ਗੱਜ ਕੇ ਬੋਲਿਓ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾਰੀ ਸੰਗਤ ਗੱਜ ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਗੱਜ ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਗੱਜ ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਆਓ ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਈ ਦਿਨਾਂ ਤੋਂ ਤੁਸੀਂ ਮਿਹਨਤ ਕਰ ਰਹੇ ਹੋ, ਪ੍ਰਬੰਧਕ ਮਿਹਨਤ ਕਰ ਰਹੇ ਆ, ਸੰਗਤਾਂ ਨੇ ਮਾਇਆ ਦਾ ਹਿੱਸਾ ਪਾਇਆ ਮਹਾਰਾਜ ਦਾ ਗੁਰਪੁਰਬ ਮਨਾਉਣ ਵਾਸਤੇ। ਗੁਰਮੁਖੋ, ਮੇਰੇ ਤੋਂ ਪਹਿਲਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ, ਉਥੋਂ ਦੇ ਹੈੱਡ ਗ੍ਰੰਥੀ, ਉਹ ਮਹਾਰਾਜ ਗੁਰੂ ਰਾਮਦਾਸ ਜੀ ਦਾ ਜੀਵਨ ਤੁਹਾਨੂੰ ਸੁਣਾ ਕੇ ਗਏ। ਬਚਪਨ ਤੋਂ ਹੀ ਮਹਾਰਾਜ ਸਤਿਗੁਰਾਂ ਦਾ ਜੀਵਨ ਜਿਹੜਾ ਉਹ ਔਂਕੜਾਂ ਦੇ ਵਿੱਚ ਲੰਘਿਆ। ਮਹਾਰਾਜ ਸਤਿਗੁਰਾਂ ਨੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਤੇ ਫਿਰ ਜਾ ਕੇ ਗੁਰੂ ਅਮਰਦਾਸ ਜੀ ਦੀ ਸੰਗਤ ਮਿਲੀ ਹੈ। ਗੁਰੂ ਰਾਮਦਾਸ ਜੀ ਦਾ ਜਿਹੜਾ ਜੀਵਨ ਹੈ ਇਹ ਆਪਾਂ 3 ਭਾਗਾਂ ਵਿੱਚ ਵੰਡਦੇ ਹਾਂ। ਇੱਕ ਭਾਈ ਜੇਠਾ, ਦੂਜਾ ਰਾਮਦਾਸ ਜੀ, ਤੀਜਾ ਧੰਨ ਧੰਨ ਗੁਰੂ ਰਾਮਦਾਸ ਜੀ। ਵੱਖ-ਵੱਖ ਪੜਾਅ ਨੇ, ਪਰ ਮੈਂ ਮਹਾਰਾਜ ਦੀ ਬਾਣੀ ਵਿੱਚੋਂ ਬੇਨਤੀ ਕਰਾਂ। ਅਸੀਂ ਸਿੱਖ ਹਾਂ ਗੁਰਮੁਖੋ, ਅਸੀਂ ਗੁਰੂ ਦੀ ਵਡਿਆਈ ਕਰਨੀ ਹੈ। ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ। ਔਰ ਸਿੱਖ ਨੇ ਵਡਿਆਈ ਕਰਕੇ, ਗੁਰੂ ਦੀ ਮਹਿਮਾ ਕਰਕੇ ਸਤਿਗੁਰੂ ਜੀ ਦੀ ਪ੍ਰਾਪਤੀ ਕਰਨੀ ਹੁੰਦੀ ਹੈ। ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ। ਤੇ ਨਾਲ ਬਾਣੀ 'ਚ ਬਚਨ ਆਉਂਦਾ, ਵਡਿਆਈ ਵੱਡਾ ਪਾਇਆ। ਵਡਿਆਈ ਕਰ ਕਰਕੇ ਵੱਡੇ ਦੀ ਪ੍ਰਾਪਤੀ ਹੋ ਜਾਂਦੀ। ਸਾਧ ਸੰਗਤ ਜੀ, ਗੁਰੂ ਰਾਮਦਾਸ ਜੀ ਦੀ ਸਿਫਤ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਵੀ ਮਿਲਦੀ ਹੈ। ਸਭ ਤੋਂ ਪਹਿਲਾਂ ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਰਾਮ ਕਲੀ ਸੱਦ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਮਹਿਮਾ ਲਿਖੀ ਹੈ। ਫਿਰ ਸੱਤੇ ਤੇ ਬਲਵੰਡੇ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀ ਮਹਿਮਾ ਲਿਖੀ ਹੈ। ਤੀਜੇ ਨੰਬਰ ਉੱਤੇ ਭੱਟਾਂ ਦੇ ਸਵਈਆਂ ਵਿੱਚ ਗੁਰੂ ਰਾਮਦਾਸ ਜੀ ਦੀ ਮਹਿਮਾ ਲਿਖੀ ਹੈ। ਹਰ ਸਿੱਖ ਜਿਹੜਾ ਗੁਰੂ ਰਾਮਦਾਸ ਜੀ ਨੂੰ ਪਿਆਰ ਕਰਦਾ, ਉਹਨੂੰ ਇੱਕ ਪੰਗਤੀ ਆਉਂਦੀ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਇਹ ਪੰਗਤੀ ਗੁਰੂ ਰਾਮਦਾਸ ਜੀ ਦੀ ਮਹਿਮਾ ਵਿੱਚ ਸੱਤੇ ਤੇ ਬਲਵੰਡੇ ਨੇ ਆਪਣੀ ਵਾਰ ਵਿੱਚ ਉਚਾਰਨ ਕੀਤੀ ਸੀ। ਫਿਰ ਸਵਈਏ ਮਿਲਦੇ ਆ, 60 ਸਵਈਏ ਭੱਟਾਂ ਨੇ ਗੁਰੂ ਰਾਮਦਾਸ ਜੀ ਦੀ ਮਹਿਮਾ ਵਿੱਚ ਉਚਾਰਨ ਕੀਤੇ ਜੀ। ਸਵਈਏ ਕੀ ਹੁੰਦੇ ਆ, ਭੱਟ ਕੌਣ ਨੇ, ਇਹ ਬੜੇ ਵੱਡੇ ਵਿਸ਼ੇ ਨੇ। ਪਰ ਜੋ ਉਹਨਾਂ ਮਹਾਰਾਜ ਦੀ ਮਹਿਮਾ ਕਹੀ, ਮੈਂ ਉਹਦੇ ਅਰਥ ਤੁਹਾਨੂੰ ਬੇਨਤੀ ਕਰਾਂ। ਭੱਟ ਜੀ ਕਹਿੰਦੇ ਆ, ਗੁਰਸਿੱਖੋ, ਗੁਰੂ ਰਾਮਦਾਸ ਜੀ ਨੂੰ ਯਾਦ ਕੀਤਿਆਂ ਅੰਦਰ ਦਾ ਹਨੇਰਾ ਦੂਰ ਹੋ ਜਾਂਦਾ ਹੈ। ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ। ਹੁਣ ਇਹ ਪੰਗਤੀ ਦੇ ਅਰਥ ਬੜੇ ਵੱਡੇ ਨੇ ਗੁਰਮੁਖੋ।
ਗੁਰਬਾਣੀ ਅਥਾਹ ਸਾਗਰ ਹੈ, ਬੜਾ ਵੱਡਾ ਖਜ਼ਾਨਾ ਹੈ ਗੁਰੂ ਕੀ ਬਾਣੀ। ਜੇ ਇਸ ਪੰਕਤੀ ਦੇ ਅਰਥ ਕਰਾਂ ਤੇ ਸਾਰੇ ਸਮਾਗਮ ਦਾ ਤਾਤਪਰਜ ਸਾਨੂੰ ਸਮਝ ਆ ਜੇ, ਇੰਨਾ ਖਰਚਾ ਕੀਤਾ ਜਿਹੜਾ ਉਹ ਸਫਲਾ ਹੋ ਜਾਵੇ। ਦੋ ਅਰਥ ਨੇ ਅਖਰੀ। ਜਿਹ ਸਤਿਗੁਰ ਸਿਮਰੰਥ ਨੈਣ ਕੇ ਤਿਮਰ ਮਿਟਹਿ ਖਿਨ। ਤਿਮਰ ਕਹਿੰਦੇ ਆ ਹਨੇਰੇ ਨੂੰ। ਗੁਰੂ ਰਾਮਦਾਸ ਜੀ ਨੂੰ ਯਾਦ ਕੀਤਿਆਂ ਅੱਖਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ। ਫਿਰ ਗੱਲ ਧਿਆਨ ਨਾਲ ਸੁਣਿਓ। ਗੁਰੂ ਰਾਮਦਾਸ ਜੀ ਨੂੰ ਯਾਦ ਕੀਤਿਆਂ ਜਿਨ੍ਹਾਂ ਨੂੰ ਦਿਸਦਾ ਨਹੀਂ ਉਹਨਾਂ ਦੀ ਜੋਤ ਵਾਪਸ ਆ ਜਾਂਦੀ ਹੈ। ਕਿੰਨੇ ਚਿਰ 'ਚ ਆ ਜਾਂਦੀ ਹੈ? ਇੱਕ ਖਿੰਨ ਵਿੱਚ। ਖਿੰਨ ਜਿਵੇਂ ਸਕਿੰਟ ਹੈ ਨਾ, ਖਿੰਨ ਸਕਿੰਟ ਤੋਂ ਵੀ ਛੋਟਾ ਹੈ। ਇੱਕ ਖਿੰਨ ਬੋਲਿਆਂ ਹੀ 4 ਖਿੰਨ ਲੰਘ ਜਾਂਦੇ। ਖਿੰਨ ਇੰਨਾ ਛੋਟਾ ਹੈ। ਹੁਣ ਇਹਦੀਆਂ ਉਦਾਹਰਣਾਂ ਵੀ ਬੜੀਆਂ ਨੇ, ਪਰ ਮੈਨੂੰ ਇੱਕ ਸਿੱਖ ਨੇ ਤਰਕ ਕੀਤਾ। ਕਹਿੰਦੇ ਗੁਰੂ ਰਾਮਦਾਸ ਜੀ ਦੇ ਘਰ ਦਾ ਰਾਗੀ ਭਾਈ ਲਖਵਿੰਦਰ ਸਿੰਘ, ਉਹ ਤਾਂ ਸੂਰਮਾ ਸਿੰਘ ਹੈ, ਉਹਨਾਂ ਨੂੰ ਤਾਂ ਨਜ਼ਰ ਨਹੀਂ ਆਉਂਦਾ। ਮਹਾਰਾਜ ਨੇ ਉਹਨਾਂ ਦਾ ਹਨੇਰਾ ਕਿਉਂ ਨਹੀਂ ਦੂਰ ਕੀਤਾ? ਇਹ ਅੱਜ ਕੱਲ ਨੈਟ ਉੱਤੇ ਵੀ ਇੱਕ ਗੱਲ ਆਉਂਦਾ ਹੀ ਹੈ। ਗੁਰਮੁਖੋ ਗੁਰੂ ਰਾਮਦਾਸ ਜੀ ਦੀ ਖੇਡ ਦਾ ਸਾਨੂੰ ਪਤਾ ਨਹੀਂ। ਭਾਈ ਮਨਮੋਹਨ ਸਿੰਘ ਜੀ ਸਵਈਏ ਪੜ੍ਹਦੇ ਸਨ ਦਰਬਾਰ ਸਾਹਿਬ, ਰਾਗੀ ਵੀ ਰਹੇ। ਅੰਮ੍ਰਿਤ ਵੇਲੇ ਉਹ ਸਵਈਆ ਪੜ੍ਹ ਰਹੇ ਸਨ ਹਰਿਮੰਦਰ ਸਾਹਿਬ ਦੇ ਅੰਦਰ, ਦਿਸਦਾ ਨਹੀਂ ਸੀ ਉਹਨਾਂ ਨੂੰ। ਹੁਣ ਵੀ ਸਰੀਰ ਕਰਕੇ ਹੈਗੇ, ਆ 2-4 ਸਾਲਾਂ ਦੀ ਗੱਲ ਹੈ। ਸਵਈਆ ਪੜ੍ਹ ਰਹੇ ਆ। ਸਵਈਆ ਪੜ੍ਹਦਿਆਂ ਪੜ੍ਹਦਿਆਂ ਅੰਮ੍ਰਿਤ ਵੇਲੇ ਦਿਸਣਾ ਸ਼ੁਰੂ ਹੋ ਗਿਆ। ਮਹਾਰਾਜ ਸਤਿਗੁਰਾਂ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਜੀ। ਜਦੋਂ ਮਹਾਰਾਜ ਨੇ ਕਿਰਪਾ ਕਰਨੀ, ਇੱਕ ਖਿੰਨ 'ਚ ਕਰ ਦੇਣੀ ਹੈ। ਹਰ ਇੱਕ ਬੰਦੇ ਦਾ ਸਮਾਂ ਲਿਖਿਆ, ਕਦੋਂ ਉਹਦੇ ਉੱਤੇ ਕਿਰਪਾ ਹੋਣੀ ਹੈ। ਕਈਆਂ ਦੇ ਉੱਤੇ 60-65 ਸਾਲਾਂ 'ਚ ਕਿਰਪਾ ਹੁੰਦੀ, ਕਈਆਂ ਉੱਤੇ ਬਚਪਨ 'ਚ ਕਿਰਪਾ ਹੋ ਜਾਂਦੀ, ਪਰ ਹਰ ਇੱਕ ਦਾ ਸਮਾਂ ਲਿਖਿਆ ਜੀ। ਫਿਰ ਇਹਦਾ ਅਰਥ ਇਹ ਵੀ ਹੈ ਇਸ ਪੰਕਤੀ ਦਾ ਵੀ ਗੁਰੂ ਰਾਮਦਾਸ ਜੀ ਨੂੰ ਯਾਦ ਕੀਤਿਆਂ ਅੰਦਰ ਦਾ ਹਨੇਰਾ ਵੀ ਦੂਰ ਹੋ ਜਾਂਦਾ ਜੀ। ਅੰਦਰ ਦਾ ਵੀ ਇੱਕ ਖਿੰਨ 'ਚ। ਇਹਨੂੰ ਸਮਝਿਓ ਗੱਲ ਨੂੰ। ਕਿਸੇ ਕਮਰੇ ਦੇ ਵਿੱਚ 100 ਸਾਲ ਤੋਂ ਹਨੇਰਾ ਹੀ ਹੋਵੇ ਜੀ, ਚਲੋ 100 ਸਾਲ ਛੱਡੋ, 5 ਸਾਲ ਕਹਿ ਲਈਏ। 5 ਸਾਲ ਤੋਂ ਇੱਕ ਕਮਰੇ ਵਿੱਚ ਹਨੇਰਾ ਹੈ, ਕੁਝ ਨਜ਼ਰ ਨਹੀਂ ਆਉਂਦਾ, ਚਾਨਣ ਨਹੀਂ ਆਇਆ। ਤੁਸੀਂ ਉਸ ਕਮਰੇ 'ਚ ਚਾਨਣ ਕਰਨਾ ਚਾਹੁੰਦੇ ਹੋ, ਦੀਵਾ ਜਗਾਉਂਦੇ ਆ। ਦੀਵਾ ਲਿਆ, ਘਿਓ ਪਾਇਆ, ਰੂੰ ਪਾਇਆ, ਫਿਰ ਉਹਨੂੰ ਅੱਗ ਲਾਉਂਦੇ ਆ, ਤੀਲ ਲਾਉਂਦੇ ਆ, ਉਹ ਚਾਨਣ ਹੁੰਦਾ ਜੀ। ਜਦੋਂ ਦੀਵਾ ਬਲਦਾ ਹੈ, ਮਹਾਰਾਜ ਬਾਣੀ 'ਚ ਕਹਿੰਦੇ ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਦੋਂ ਦੀਵਾ ਬਲਦਾ, ਗੁਰਮੁਖੋ ਕਿੰਨਾ ਟਾਈਮ ਲੱਗਦਾ? ਇੱਕ ਖਿੰਨ ਲੱਗਦਾ। ਬੱਤੀ ਲਈ, ਦੀਵੇ ਦੇ ਨਾਲ ਲਾਈ, ਦੀਵਾ ਬਲ ਗਿਆ, ਦੀਵਾ ਜਗ ਗਿਆ। 5 ਸਾਲ ਤੋਂ ਹਨੇਰਾ ਆ ਕਮਰੇ 'ਚ, ਪਰ ਜਦੋਂ ਚਾਨਣ ਕਰੀਏ ਇੱਕ ਖਿੰਨ ਲੱਗਦਾ, ਕਮਰੇ 'ਚ ਚਾਨਣ ਹੋਣ ਲੱਗਿਆ। ਹੋਰ ਸੌਖੀ ਉਦਾਹਰਣ ਦੇ ਦੇਵਾਂ। ਕਮਰੇ 'ਚ 5 ਸਾਲ ਤੋਂ ਹਨੇਰਾ ਹੈ, ਤੁਸੀਂ ਸੋਚੀ ਨੱਪਣਾ ਬੱਤੀ ਜਗ ਜਾਣੀ ਹੈ।
ਹੁਣ ਇਹ ਦੱਸੋ ਵੀ ਸਵਿੱਚ ਨੂੰ ਨੱਪਦਿਆਂ ਕਿੰਨਾ ਟਾਈਮ ਲੱਗਾ? ਇੱਕ ਖਿੰਨ ਲੱਗਾ, ਇੱਕ ਖਿੰਨ ਲੱਗਾ, ਬਲਬ ਜਗਿਆ, ਟਿਊਬ ਜਗੀ, ਚਾਨਣ ਹੋ ਗਿਆ। ਬਸ ਜਿਵੇਂ ਉਹ ਇਹ ਨਹੀਂ ਵੀ ਹਨੇਰਾ ਬਾਹਰ ਕੱਢਦਿਆਂ 5 ਸਾਲ ਲੱਗ ਜਾਂਦੇ ਆ, ਜੇ 5 ਸਾਲ ਤੋਂ ਹਨੇਰਾ ਹੈ ਤੇ ਹੁਣ ਚਾਨਣ ਕਰਦਿਆਂ 5 ਸਾਲ ਲੱਗਣਗੇ? ਨਹੀਂ, ਇੱਕ ਖਿੰਨ ਲੱਗਣਾ। ਭੱਟ ਜੀ ਕਹਿੰਦੇ ਗੁਰਸਿੱਖੋ, ਜਦੋਂ ਗੁਰੂ ਰਾਮਦਾਸ ਕਿਸੇ ਤੇ ਕਿਰਪਾ ਕਰ ਦੇਣ ਨਾ, ਜਿਵੇਂ ਸੁੱਚ ਨੱਪੀਏ ਉਸੇ ਵੇਲੇ ਹੀ ਚਾਨਣ ਹੋ ਜਾਂਦਾ ਹੈ। ਜਦੋਂ ਗੁਰੂ ਰਾਮਦਾਸ ਸਾਹਿਬ ਨੂੰ ਕੋਈ ਯਾਦ ਕਰਦਾ, ਗੁਰਮੁਖੋ ਅੰਦਰ ਉਸੇ ਵੇਲੇ ਹੀ ਚਾਨਣ ਹੋ ਜਾਂਦਾ ਜੀ। ਹੁਣ ਇਹਨੂੰ ਹੋਰ ਸੌਖੇ ਤਰੀਕੇ ਨਾਲ ਸਮਝਿਓ। ਮੈਨੂੰ ਆਪਣੀ ਜ਼ਿੰਦਗੀ 'ਚ 28 ਸਾਲ ਹੋ ਗਏ ਮਹਾਰਾਜ ਨੂੰ ਯਾਦ ਕਰਦਿਆਂ। ਤੁਹਾਨੂੰ ਹੋ ਸਕਦਾ ਕਿਸੇ ਨੂੰ 30 ਸਾਲ ਹੋ ਗਏ, ਕਿਸੇ ਨੂੰ 50 ਸਾਲ ਹੋ ਗਏ, ਪਰ ਕੀ ਅੰਦਰ ਦਾ ਹਨੇਰਾ ਦੂਰ ਹੋਇਆ ਜੀ? ਅੰਦਰ ਕਾਮ ਵੀ ਉਵੇਂ ਠਾਠਾਂ ਮਾਰਨ ਦਿਆ, ਗੁੱਸਾ ਵੀ ਬੜਾ ਚੜ੍ਹਦਾ, ਲਾਲਚ ਵੀ ਪੂਰਾ ਹੈ, ਹੰਕਾਰ ਵੀ ਪੂਰਾ ਹੈ। ਹਨੇਰਾ ਤੇ ਇਹਨਾਂ ਚੀਜ਼ਾਂ ਦਾ ਹੈ ਨਾ। ਫਿਰ ਜੇ ਇਹਨਾਂ ਚੀਜ਼ਾਂ ਦਾ ਹਨੇਰਾ ਹੈ ਤੇ ਆਪਾਂ ਤੇ ਰੋਜ਼ ਯਾਦ ਕਰਦੇ ਹਾਂ, ਤੇ ਆਪਣੇ ਅੰਦਰ ਤਾਂ ਜੇ ਚਾਨਣ ਨਹੀਂ ਹੋਇਆ। ਗੱਲ ਥੋੜੀ ਡੂੰਘੀ ਹੈ, ਇਹਨੂੰ ਧਿਆਨ ਨਾਲ ਸੁਣਿਓ। ਜੇ ਮੈਂ ਤੁਹਾਨੂੰ ਸਾਖੀ ਸੁਣਾਵਾਂ, ਤੁਸੀਂ ਯਾਦ ਕਰ ਲੈਣੀ ਬੜੀ ਸੌਖੀ, ਪਰ ਇਹੋ ਜੀ ਗੱਲ ਛੇਤੀ ਯਾਦ ਨਹੀਂ ਹੁੰਦੀ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਗੁਰੂ ਰਾਮਦਾਸ ਜੀ ਨੂੰ ਯਾਦ ਕੀਤਿਆਂ ਅੰਦਰ ਦਾ ਹਨੇਰਾ ਦੂਰ ਹੋ ਜਾਂਦਾ ਹੈ। ਮਹਾਰਾਜ ਸਾਨੂੰ ਤੇ 50-50 ਸਾਲ ਹੋ ਗਏ ਯਾਦ ਕਰਦਿਆਂ, ਸਾਡਾ ਤਾਂ ਹਨੇਰਾ ਉੱਥੇ ਹੀ ਗਿਆ। ਸਾਨੂੰ ਤਾਂ ਗੁੱਸਾ ਉਵੇਂ ਹੀ ਚੜ੍ਹਦਾ। ਮਹਾਰਾਜ ਸਾਡੇ ਅੰਦਰ ਤਾਂ ਸ਼ਾਂਤੀ ਨਹੀਂ ਆਈ। ਫਿਰ ਬਾਣੀ 'ਚ ਗਲਤ ਲਿਖਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗਲਤ ਲਿਖਿਆ ਵੀ ਅਸੀਂ ਤਾਂ ਮਹਾਰਾਜ ਨੂੰ ਯਾਦ ਕਰਦੇ ਬੜਾ, ਸਾਡੇ ਅੰਦਰ ਚਾਨਣ ਨਹੀਂ ਹੋਇਆ। ਗੱਲ ਕਮੀ ਕਿੱਥੇ ਰਹਿ ਗਈ ਹੈ? ਮਹਾਰਾਜ ਦਾ ਗੁਰਪੁਰਬ ਮਨਾ ਰਹੇ ਹੋ, ਇਸ ਗੱਲ ਨੂੰ ਸੋਚਿਓ, ਵਿਚਾਰਿਓ, ਕਮੀ ਕਿੱਥੇ ਰਹਿ ਗਈ ਹੈ? ਗੁਰਮੁਖੋ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਪੰਕਤੀ ਹੈ, ਮਹਾਰਾਜ ਦੀ ਇੱਕ ਪੰਕਤੀ ਹੈ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਇਹ ਤਾਂ ਆਉਂਦੀ ਪੰਕਤੀ, ਬੋਲਿਓ ਇੱਕ ਵਾਰੀ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਧਿਆਈਐ ਕਹਿੰਦੇ ਧਿਆਨ ਨਾਲ ਯਾਦ ਕਰਨਾ। ਅਸੀਂ ਮਹਾਰਾਜ ਨੂੰ ਧਿਆਉਨੇ, ਦੁੱਖ ਫੇਰ ਉੱਥੇ ਖਲੋਤੇ। ਛੋਟੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਦੀ ਨਬਜ਼ ਫੜ ਕੇ ਵੇਖ ਲਓ, ਭਾਵ ਦਿਲ ਫੋਲ ਕੇ ਵੇਖੋ, ਕੋਈ ਨਾ ਕੋਈ ਦੁੱਖ ਸਭ ਨੂੰ ਲੱਗਾ ਹੈ। ਹੋਰ ਨਹੀਂ ਤੇ ਚਿੰਤਾ ਦਾ ਦੁੱਖ ਸਭ ਨੂੰ ਲੱਗਾ। ਬੱਚੇ ਨੂੰ ਪੜ੍ਹਾਈ ਦੀ ਚਿੰਤਾ, ਵੱਡੇ ਨੂੰ ਪਰਿਵਾਰ ਦੀ ਚਿੰਤਾ ਹੈ। ਜਿੰਨਾ ਵੱਡਾ ਬੰਦੇ ਦਾ ਲੈਵਲ ਹੈ, ਓਨੀ ਵੱਡੀ ਉਹਨੂੰ ਚਿੰਤਾ ਹੈ। ਚਿੰਤਤ ਹੀ ਦਿਸੈ ਸਭ ਕੋਏ, ਮਹਾਰਾਜ ਕਹਿੰਦੇ ਸਾਰੇ ਚਿੰਤਤ ਨਜ਼ਰ ਆ ਰਹੇ ਆ। ਚਿੰਤਾ ਦਾ ਦੁੱਖ ਹੈ। ਮਹਾਰਾਜ ਕਹਿੰਦੇ ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਨਾਮ ਲੈਂਦਾ ਉਹਦੇ ਦੁੱਖ ਦੂਰ ਹੁੰਦੇ ਆ, ਸਾਡੇ ਤੇ ਹੋਏ ਨਹੀਂ। ਹੁਣ ਕੀ ਬਾਣੀ 'ਚ ਗਲਤ ਲਿਖਿਆ? ਬਾਣੀ 'ਚ ਨਹੀਂ ਗਲਤ ਲਿਖਿਆ। ਫਿਰ ਕਮੀ ਕਿਹਦੇ 'ਚ ਹੈ? ਜਿਸ ਭਾਵ ਦੇ ਵਿੱਚ ਸਾਨੂੰ ਗੁਰੂ ਸਾਹਿਬ ਲੈ ਕੇ ਜਾਣਾ ਚਾਹੁੰਦੇ ਆ ਨਾ, ਫਿਰ ਬੇਨਤੀ ਕਰਦਾ, ਜਿਸ ਡੂੰਘਾਈ ਦੇ ਵਿੱਚ ਸਾਨੂੰ ਗੁਰੂ ਸਾਹਿਬ ਲੈ ਕੇ ਜਾਣਾ ਚਾਹੁੰਦੇ ਆ, ਅਸੀਂ ਉਸ ਡੂੰਘਾਈ ਵਿੱਚ ਗਏ ਹੀ ਨਹੀਂ ਕਦੀ। ਗੁਰਮੁਖੋ,
ਸੁਖਮਨੀ ਸਾਹਿਬ ਜੀ ਦਾ ਪਾਠ ਕਰਦਿਆਂ 13ਵੀਂ ਅਸ਼ਟਪਦੀ ਦਾ ਸ਼ਲੋਕ ਹੈ। ਤਜਹੋ ਸਿਆਨਪ ਸੁਰ ਜਨਹੋ, ਸਿਮਰਹੁ ਹਰ ਹਰ ਰਾਏ। ਏਕ ਆਸ ਹਰ ਮਨ ਰਖਹੁ, ਨਾਨਕ ਦੁਖ ਭਰਮ ਭਉ ਜਾਏ। ਰੋਜ਼ 5-5 ਪਾਠ ਕਰਨ ਵਾਲੇ ਪ੍ਰੇਮੀ ਵੀ ਬੈਠੇ ਆ, ਪਰ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਦੁੱਖ ਦੂਰ ਹੋ ਗਏ ਆ, ਭਰਮ ਦੂਰ ਹੋ ਗਿਆ, ਡਰ ਦੂਰ ਹੋ ਗਿਆ। ਭਉ ਡਰ ਨੂੰ ਕਹਿੰਦੇ ਆ। ਸਭ ਤੋਂ ਵੱਡਾ ਡਰ, ਕੀੜੀ ਤੋਂ ਲੈ ਕੇ ਹਾਥੀ ਤੱਕ ਇੱਕ ਡਰ ਸਭ ਨੂੰ ਹੈ। ਉਹ ਡਰ ਗੁਰਮੁਖੋਂ ਮੌਤ ਦਾ ਹੈ। ਹਰ ਬੰਦਾ ਮਰਨਾ ਨਹੀਂ ਚਾਹੁੰਦਾ। ਉਹ ਤਾਂ ਕੋਈ ਬਾਬਾ ਕਬੀਰ ਸਾਹਿਬ ਵਰਗਾ ਨਾ, ਜਿਹੜਾ ਗੱਜ ਕੇ ਕਹਿੰਦਾ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦਵਾਰ। ਨਹੀਂ ਤਾਂ ਸਾਧ ਸੰਗਤ ਜੀ, ਆਮ ਬੰਦਾ ਤਾਂ ਮਰਨ ਤੋਂ ਡਰਦਾ ਹੈ ਨਾ। ਪਰ ਮਹਾਰਾਜ ਕਹਿੰਦੇ ਨਾਨਕ ਦੁਖ ਭਰਮ ਭਉ ਜਾਏ, ਚਲੇ ਜਾਂਦੇ ਆ। ਬਾਣੀ ਵਿੱਚ ਕਮੀ ਨਹੀਂ ਹੈ, ਕਮੀ ਸਾਡੇ 'ਚ ਹੈ। ਅਸੀਂ ਮਹਾਰਾਜ ਕਹਿੰਦੇ ਤਜਹੋ ਸਿਆਨਪ ਸੁਰ ਜਨਹੋ। ਸੁਰ ਕਹਿੰਦੇ ਦੇਵਤਿਆਂ ਨੂੰ। ਆ ਤੁਸੀਂ ਬੈਠੇ ਹੋ, ਦੇਵਤਿਆਂ ਵਾਂਗੂ ਬੈਠੇ ਹੋ ਸਾਰੇ। ਪਰ ਦੇਵਤੇ ਵੀ ਬੜੇ ਸਿਆਣੇ ਹੁੰਦੇ ਜੀ। ਇਸ ਕਰਕੇ ਮਹਾਰਾਜ ਕਹਿੰਦੇ ਆ, ਦੇਵਤਿਓ ਆਪਣੀ ਸਿਆਣਪ ਛੱਡ ਦਿਓ। ਤਜਹੋ ਸਿਆਨਪ ਸੁਰ ਜਨਹੋ। ਮੈਂ ਇੰਨਾ ਸਿਆਣਾ, ਮੈਂ ਇਹ ਕੰਮ ਕੀਤਾ, ਮੈਂ ਕਥਾ ਕਰ ਰਿਹਾ, ਮੈਂ ਸੁਣ ਰਿਹਾ, ਇਹ ਸਾਰੀ ਗੱਲ ਛੱਡ ਦਿਓ। ਸਿਮਰਹੁ ਹਰ ਹਰ ਰਾਏ। ਰੱਬ ਨੂੰ ਯਾਦ ਕਰੋ। ਇੱਕ ਆਸ ਵਾਹਿਗੁਰੂ ਦੀ ਰੱਖਣੀ, ਬੰਦੇ ਤੇ ਆਸ ਨਹੀਂ ਰੱਖਣੀ। ਬੰਦਾ ਮੇਰੇ ਤੇ ਕਿਰਪਾ ਕਰੇਗਾ, ਨਹੀਂ ਗੁਰਮੁਖੋ। ਮਹਾਰਾਜ ਕਹਿੰਦੇ ਇਹ ਕੰਮ ਕਰੋ, ਦੁੱਖ ਦਰਦ ਭਰਮ ਦੂਰ ਹੋ ਜਾਣਗੇ। ਮਹਾਰਾਜ ਸਾਡੇ ਤੇ ਉੱਥੇ ਖਲੋਤੇ ਆ। ਗੁਰੂ ਰਾਮਦਾਸ ਜੀ ਦੀ ਮਹਿਮਾ 'ਚ ਮੈਂ ਬੇਨਤੀ ਕੀਤੀ ਸੀ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ। ਖਿਨ ਲੱਗੇਗਾ, ਅੰਦਰ ਚਾਨਣ ਹੋ ਜਾਏਗਾ। ਗੁਰੂ ਰਾਮਦਾਸ ਜੀ ਨੂੰ ਯਾਦ ਕੀਤਿਆਂ ਗੁਰਮੁਖੋ ਸਾਡੇ ਤੇ ਅਸੀਂ ਤਾਂ ਕਦੋਂ ਦੇ ਯਾਦ ਕਰਨੇ, ਖਿਨ ਹੀ ਨਹੀਂ ਆਇਆ ਸਾਡੀ ਜ਼ਿੰਦਗੀ 'ਚ। ਉਹ ਖਿਨ ਹੀ ਨਹੀਂ ਆਇਆ, ਉਹ ਸਕਿੰਟ ਹੀ ਨਹੀਂ ਆਇਆ ਜਿਸ ਸਕਿੰਟ 'ਚ ਕਿਰਪਾ ਹੋਣੀ ਸੀਗੀ। ਉਹ ਸਕਿੰਟ ਕਿਹੜਾ ਹੈ ਗੁਰਮੁਖੋ? ਉਹ ਸਕਿੰਟ ਉਦੋਂ ਆਉਣਾ ਹੈ ਜਿਸ ਭਾਵ ਵਿੱਚ ਗੁਰੂ ਰਾਮਦਾਸ ਜੀ ਦੀ ਮਹਿਮਾ ਕਰਨੀ ਚਾਹੀਦੀ ਹੈ ਨਾ। ਜਿਸ ਭਾਵ 'ਚ ਭੱਟ ਜੀ ਲੈ ਕੇ ਜਾਣਾ ਚਾਹੁੰਦੇ ਆ, ਉੱਥੇ ਜਾਈਏ। ਮੈਂ ਇੱਕ ਨਿੱਕੀ ਜੀ ਸਾਖੀ ਤੁਹਾਨੂੰ ਬੇਨਤੀ ਕਰ ਦਿੰਦਾ। ਬਾਬਾ ਸ਼ਾਮ ਸਿੰਘ ਜੀ ਦਾ ਨਾਮ ਤੁਸੀਂ ਸੁਣਿਆ ਹੋਏਗਾ। ਆਟਾ ਮੰਡੀ ਗੇਟ ਲਾਗੇ ਬਾਬਾ ਜੀ ਦਾ ਅਸਥਾਨ ਹੈ। ਦਰਬਾਰ ਸਾਹਿਬ ਦੇ ਅੰਦਰ ਭਾਵੇਂ ਰਾਸ਼ਟਰਪਤੀ ਵੀ ਆਵੇ, ਉਹਦਾ ਨਾਮ ਲੈ ਕੇ ਅਰਦਾਸ ਨਹੀਂ ਹੋਏਗੀ। ਪਰ ਬਾਬਾ ਸ਼ਾਮ ਸਿੰਘ ਜੀ ਇੱਕੋ ਇੱਕ ਪੂਰੇ ਪੰਥ 'ਚ ਇਹੋ ਜਿਹੇ ਗੁਰਸਿੱਖ ਨੇ ਜਿਨ੍ਹਾਂ ਦਾ ਹਰ ਰੋਜ਼ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਪਹਿਲੀ ਅਰਦਾਸ 'ਚ ਨਾਮ ਲਿਆ ਜਾਂਦਾ ਜੀ। ਬਾਬਾ ਸ਼ਾਮ ਸਿੰਘ ਜੀ ਦਾ ਬਾਹਰੋਂ ਕੜਾਹ ਪ੍ਰਸ਼ਾਦ ਲੈ ਕੇ ਜਾਓ, ਤੁਹਾਡਾ ਪ੍ਰਵਾਨ ਨਹੀਂ ਹੋਏਗਾ। ਪਰ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਕੜਾਹ ਪ੍ਰਸ਼ਾਦ ਬਣਦਾ, ਉਹਦਾ ਅੰਦਰ ਭੋਗ ਲੱਗਦਾ ਜੀ। ਬਾਬਾ ਸ਼ਾਮ ਸਿੰਘ ਜੀ ਨੇ ਬਿਨਾਂ ਕਿਸੇ ਛੁੱਟੀ ਤੋਂ 70 ਸਾਲ ਆਸਾ ਦੀ ਵਾਰ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕੀਤਾ। ਹੁਣ ਇੱਥੇ 2-4 ਬੰਦੇ ਬੈਠੇ ਹੋਣੇ ਆ ਜਿਨ੍ਹਾਂ ਦੀ ਉਮਰ 70 ਸਾਲ ਤੋਂ ਉੱਤੇ ਹੈ। 70 ਸਾਲ ਵਾਲੇ ਨਹੀਂ ਬੈਠੇ ਹੋਣੇ, ਕੋਈ ਇੱਕ ਅੱਧਾ ਬੈਠਾ ਹੋਏਗਾ। 70 ਸਾਲ ਇੱਕ ਰਸ ਬਿਨਾਂ ਕਿਸੇ ਛੁੱਟੀ ਤੋਂ ਕੀਰਤਨ ਕੀਤਾ। ਤਨਖਾਹ ਵੀ ਨਹੀਂ ਲਈ। ਅਸੀਂ ਤਨਖਾਹਦਾਰ ਹਾਂ, ਸਾਡੀਆਂ ਡਿਊਟੀਆਂ ਤਨਖਾਹ ਵਾਲੀਆਂ ਨੇ। ਭਾਈ ਹਰਜੀਤ ਸਿੰਘ ਬੈਠੇ ਆ।
ਸਾਡਾ ਇੱਕ ਫਾਰਮ ਹੈ, ਉਹਨੂੰ ਛੁੱਟੀ ਫਾਰਮ ਕਹਿੰਦੇ ਆ। ਜਦੋਂ ਛੁੱਟੀ ਲੈਣੀ ਹੈ ਤੇ ਉਹਨੂੰ ਭਰੋ। ਅਸੀਂ ਛੁੱਟੀਆਂ ਕਰਦੇ ਹਾਂ ਗੁਰਮੁਖੋ। ਚਲੋ ਕਈ ਪ੍ਰੇਮੀ ਤੁਹਾਡੇ ਚੋਂ ਐਸੇ ਹੋਣਗੇ ਜਿਹੜੇ ਲਗਾਤਾਰ 10-10 ਸਾਲਾਂ ਦੇ ਦਰਬਾਰ ਸਾਹਿਬ ਜਾਂਦੇ ਹੋਣਗੇ, ਪਰ ਨਾਗਾ ਉਹਨਾਂ ਦਾ ਵੀ ਪੈ ਜਾਂਦਾ, ਨਾਗਾ ਪੈ ਜਾਂਦਾ। ਕੋਈ ਵਿਆਹ ਸ਼ਾਦੀ ਆ ਜਾਂਦੀ ਹੈ, ਨਹੀਂ ਤਾਂ ਇੱਕ ਨਾਗਾ ਹੈਗਾ ਕਲਯੁਗ, ਉਸ ਨਾਗੇ ਦਾ ਨਾਮ ਹੀ ਕੱਕੇ ਤੇ ਹੀ ਆ, ਉਹਨੂੰ ਕੈਨੇਡਾ ਕਹਿੰਦੇ ਆ। ਜਿਹੜਾ ਚਲੇ ਗਿਆ ਫਿਰ ਨਾਗੇ ਤੇ ਨਾਗਾ ਹੀ ਹੈ, ਵਿਦੇਸ਼ ਹੈ। ਮਹਾਰਾਜ ਦੇ ਘਰੋਂ ਨਾਗੇ ਪੈ ਜਾਂਦੇ। ਬਾਬਾ ਸ਼ਾਮ ਸਿੰਘ ਜੀ ਨੇ 70 ਸਾਲ ਕੀਰਤਨ ਕੀਤਾ, ਇੱਕ ਵੀ ਛੁੱਟੀ ਨਹੀਂ ਕੀਤੀ। ਪਹਿਲਾਂ ਆਸਾ ਦੀ ਵਾਰ ਤੋਂ ਪਹਿਲਾਂ ਕੀਰਤਨ ਨਹੀਂ ਸੀ ਹੁੰਦਾ, ਉਹਨਾਂ ਨੇ ਸ਼ੁਰੂ ਕੀਤਾ। ਅੱਜ ਉਹਨਾਂ ਦੇ ਚੌਂਕੀ ਹੈ ਕਿ ਉਹਨੂੰ 3 ਪਹਿਰੇ ਦੀ ਚੌਂਕੀ ਕਹਿੰਦੇ ਆ। ਬਾਬਾ ਸ਼ਾਮ ਸਿੰਘ ਫਰਵਰੀ ਦਾ ਮਹੀਨਾ ਤੇ ਕੀਰਤਨ ਕਰ ਰਹੇ ਦਰਬਾਰ ਸਾਹਿਬ ਦੇ ਅੰਦਰ। ਹੁਣ ਬਾਣੀ 'ਚ ਜ਼ਿਕਰ ਆਉਂਦਾ, ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲੱਗੈ। ਰਾਗ ਗਾਉਣ ਵਾਲੇ, ਕੀਰਤਨ ਕਰਨ ਵਾਲੇ, ਖੜਤਾਲਾਂ ਖੜਕਾਉਣ ਵਾਲੇ ਬੜੇ ਬੈਠੇ ਆ, ਸੁਣ ਕੇ ਅਸਰ ਕੋਈ ਨਹੀਂ ਹੁੰਦਾ। ਕਿਉਂ? ਗਾਉਣ ਵਾਲਿਆਂ ਦਾ, ਕਥਾ ਕਰਨ ਵਾਲਿਆਂ ਦਾ ਜੀਵਨ ਕੋਈ ਨਹੀਂ ਹੈਗਾ, ਅਸਰ ਨਹੀਂ ਹੁੰਦਾ। ਬਾਬਾ ਸ਼ਾਮ ਸਿੰਘ ਜੀ ਕੀਰਤਨ ਕਰ ਰਹੇ, ਇੱਕੋ ਹੀ ਪੰਕਤੀ ਸੁਣੀ ਇੱਕ ਹਿੰਦੂ ਬੰਦੇ ਨੇ, ਉਹਦਾ ਨਾਮ ਸੀ ਦੇਸ ਰਾਜ। ਦਰਬਾਰ ਸਾਹਿਬ ਮੱਥਾ ਟੇਕਣ ਗਿਆ, ਉਹਨੇ ਇੱਕ ਪੰਕਤੀ ਸੁਣ ਲਈ ਜੀ ਬਸ। ਇੱਕੋ ਪੰਕਤੀ ਸੁਣ ਕੇ ਮਨ ਵਿੱਚ ਵੈਰਾਗ ਪੈਦਾ ਹੋ ਗਿਆ, ਇੱਕੋ ਪੰਕਤੀ ਸੁਣ ਕੇ। ਉਹ ਆਪਾਂ ਕਿੰਨੀਆਂ ਸੁਣ ਲੈਂਦੇ, ਸਾਰੀ ਸਾਰੀ ਦਿਹਾੜੀ। ਇੱਕ ਮੈਨੂੰ ਸਿੰਘ ਕਹਿੰਦਾ ਗਿਆਨੀ ਜੀ ਸਾਡੇ ਘਰ ਸਾਰੀ ਦਿਹਾੜੀ ਕੀਰਤਨ ਚੱਲਦਾ। ਮੈਂ ਕਿਹਾ ਚੰਗੀ ਗੱਲ ਹੈ, ਚੱਲਣਾ ਚਾਹੀਦਾ। ਘਰ ਪਵਿੱਤਰ ਹੋਏਗਾ ਪਰ ਤੈਨੂੰ ਫਾਇਦਾ ਨਹੀਂ ਹੈ। ਸਾਨੂੰ ਤਾਂ ਇੱਕ ਪੰਕਤੀ ਨਹੀਂ ਮੁੱਕਦੀ ਗੁਰਮੁਖੋ। ਜੀਵਨ ਸਵਾਰਨਾ ਹੋਵੇ ਇੱਕ ਪੰਕਤੀ ਸੁਣ ਲਓ ਤੁਸੀਂ, ਉਹੋ ਹੀ ਨਹੀਂ ਮੁੱਕਦੀ। ਵੀ ਸਾਡਾ ਤਾਂ ਕੰਮਕਾਰ 'ਚ ਧਿਆਨ ਹੈ, ਕੀਰਤਨ 'ਚ ਤਾਂ ਧਿਆਨ ਨਹੀਂ ਹੋਏਗਾ। ਉਹਨੇ ਇੱਕ ਪੰਕਤੀ ਸੁਣੀ, ਉਹਦੇ ਅੰਦਰ ਵੈਰਾਗ ਪੈਦਾ ਹੋਇਆ। ਘਰ ਗਿਆ, ਨਾ ਧੀ ਸੀ ਨਾ ਪੁੱਤ ਸੀ ਉਹਦਾ। ਆਪਣੀ ਘਰ ਵਾਲੀ ਨੂੰ ਕਹਿੰਦਾ, ਭਾਗਾਂ ਵਾਲੀਏ, ਮੈਂ ਜਿੰਨੀ ਮੇਰੀ ਜੀਵਨ ਪੂੰਜੀ ਹੈ ਨਾ, ਜਿੰਨੀ ਜਾਇਦਾਦ ਹੈ, ਸਾਰੀ ਵੇਚ ਕੇ ਤੇ ਤੀਰਥਾਂ ਦਾ ਰਾਜਾ ਮੈਨੂੰ ਮਿਲ ਗਿਆ, ਮੈਂ ਉਸ ਤੀਰਥ ਰਾਜ ਤੇ ਭੇਟਾ ਕਰ ਦੇਣੀ ਹੈ। ਘਰ ਵਾਲੀ ਨੇ ਸੋਚਿਆ ਵੀ ਕੇਦਾਰਨਾਥ ਭੇਟਾ ਕਰਨੀ ਹੋਏਗੀ, ਬਦਰੀਨਾਥ ਭੇਟਾ ਕਰਨੀ ਹੋਏਗੀ, ਕਿਸੇ ਦੇਵੀ ਦੇ ਮੰਦਿਰ ਭੇਟਾ ਕਰਨੀ ਹੋਏਗੀ। ਵੀ ਇਹ ਕੀ ਗੱਲ ਹੈ? ਉਹਨੇ ਪੁੱਛਿਆ ਵੀ ਕਿੱਥੇ ਭੇਟਾ ਕਰਨੀ ਹੈ, ਮਾਇਆ ਸਾਰੀ ਕਿੱਥੇ ਭੇਟ ਕਰਨੀ ਹੈ? ਉਹ ਕਹਿਣ ਲੱਗਾ ਵੀ ਮੈਨੂੰ ਤੀਰਥਾਂ ਦਾ ਰਾਜਾ ਮਿਲ ਗਿਆ। ਤੀਰਥਾਂ ਦਾ ਰਾਜਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਅੱਜ ਮੈਂ ਉੱਥੇ ਕੀਰਤਨ ਸੁਣਦਿਆਂ ਇੱਕ ਪੰਕਤੀ ਸੁਣੀ ਹੈ, ਮੇਰਾ ਮਨ ਸ਼ਾਂਤ ਹੋ ਗਿਆ। ਮੈਂ ਆਪਣੀ ਜ਼ਿੰਦਗੀ ਦੀ ਸਾਰੀ ਜਮਾ ਪੂੰਜੀ ਹਰਿਮੰਦਰ ਸਾਹਿਬ ਚੜਾ ਦੇਣੀ ਹੈ। ਤੂੰ ਮੇਰੀ ਜੀਵਨ ਸਾਥੀ ਹੈ, ਤੇਰਾ ਹੱਕ ਹੈ, ਜਿੰਨੀ ਮਾਇਆ ਚਾਹੀਦੀ ਹੈ ਰੱਖ ਲੈ, ਫੇਰ ਨਾ ਕਹੀਂ ਵੀ ਮੈਨੂੰ ਨਹੀਂ ਦੱਸਿਆ। ਘਰ ਵਾਲੀ ਬੜੀ ਸਿਆਣੀ ਸੀ। ਘਰ ਵਾਲੀ ਕਹਿਣ ਲੱਗੀ, ਪਤੀ ਜੀ, ਜਿੱਥੇ ਤੁਹਾਡਾ ਮਨ ਜੁੜ ਗਿਆ ਉੱਥੇ ਮੇਰਾ ਵੀ ਜੁੜ ਗਿਆ, ਕਰੋ ਸਾਰਾ ਕੁਝ ਇਕੱਠਾ ਤੇ ਚੜਾਓ ਗੁਰੂ ਰਾਮਦਾਸ ਜੀ ਦੇ ਘਰ। ਗੁਰਮੁਖੋ, ਦੇਸ ਰਾਜ ਹਿੰਦੂ ਬੰਦੇ ਨੇ ਸਾਰੀ ਪ੍ਰਾਪਰਟੀ ਵੇਚ ਕੇ ਤੇ ਗੁਰਮੁਖੋ ਦਰਬਾਰ ਸਾਹਿਬ ਮਾਇਆ ਚੜਾਈ ਜੀ। ਬਾਬਾ ਸ਼ਾਮ ਸਿੰਘ ਜੀ ਨੂੰ ਕਿਹਾ,
ਬਾਬਾ ਸ਼ਾਮ ਸਿੰਘ ਜੀ ਨੇ ਕਿਹਾ ਵੀ ਪਰਿਕਰਮਾ 'ਚ ਇੱਟਾਂ ਲੱਗਣ ਵਾਲੀਆਂ ਨੇ, ਪਰਿਕਰਮਾ ਕੱਚੀਆਂ ਨੇ। ਪਰਿਕਰਮਾ ਕੱਚੀ ਸੀ ਉਦੋਂ, ਵਿਠਾਂ ਡਿੱਗਦੀਆਂ ਸੀ ਪਰਿਕਰਮਾ 'ਚ, ਪੱਥਰ ਨਹੀਂ ਸੀ ਲੱਗੇ, ਰੁੱਖ ਜ਼ਿਆਦਾ ਹੁੰਦੇ ਸਨ। ਮੈਂ ਆਪਣੀ ਹੋਸ਼ ਵਿੱਚ ਵੇਖਿਆ ਜਦੋਂ ਸ਼ਾਮ ਨੂੰ ਦਰਬਾਰ ਸਾਹਿਬ ਰਹਿਰਾਸ ਸਾਹਿਬ ਦਾ ਪਾਠ ਹੋਣਾ ਨਾ, ਤੇ ਬਾਬਾ ਬੁੱਢਾ ਜੀ ਦੀ ਬੇਰੀ ਜਾਂ ਦੁੱਖ ਭੰਜਨੀ ਬੇਰੀ, ਲਾਚੀ ਬੇਰੀ ਚਿੜੀਆਂ ਨਾਲ ਭਰ ਜਾਂਦੀ ਹੁੰਦੀ ਸੀ। ਸਾਰੀਆਂ ਚਿੜੀਆਂ ਉੱਥੇ ਪਹੁੰਚ ਜਾਂਦੀਆਂ। ਹੁਣ ਨਹੀਂ ਕੁਝ ਲੱਭਦਾ, ਸਮੇਂ ਦੀ ਖੇਡ ਇਹੋ ਜਿਹੀ ਹੋ ਗਈ ਹੈ। ਬਿੱਠਾਂ ਹੁੰਦੀਆਂ ਸਨ, ਰੁੱਖ ਬੜੇ ਹੁੰਦੇ ਸਨ। ਬਾਬਾ ਸ਼ਾਮ ਸਿੰਘ ਜੀ ਨੇ ਉਸ ਦੇਸ ਰਾਜ ਨੂੰ ਕਿਹਾ ਵੀ ਤੂੰ ਪਰਿਕਰਮਾ ਪੱਕੀ ਕਰਾ ਦੇ ਗੁਰੂ ਰਾਮਦਾਸ ਜੀ ਦੀ। ਉਹਨੇ ਇੱਟਾਂ ਦੇ ਆਵੇ ਲਵਾਏ ਗੁਰਮੁਖੋ, ਪਰਿਕਰਮਾ ਦੇ ਵਿੱਚ ਸਰੋਵਰ ਦੇ ਆਲੇ ਦੁਆਲੇ ਇੱਟਾਂ ਲਵਾਈਆਂ। ਅੱਜ ਵੀ ਉਹਦੀਆਂ ਇੱਟਾਂ ਲਵਾਈਆਂ ਪਰਿਕਰਮਾ 'ਚ ਹੈਗੀਆਂ ਨੇ। ਪੱਥਰ ਦੇ ਥੱਲੇ ਇੱਟਾਂ ਐ, ਫਿਰ ਉੱਤੇ ਭਰਤੀ ਪਾ ਕੇ ਤੇ ਫਿਰ ਪੱਥਰ ਲਾਇਆ। ਮੇਰੇ ਕਹਿਣ ਦਾ ਭਾਵ ਵੀ ਉਸ ਦੇਸ ਰਾਜ ਨੇ ਇੰਨੀ ਸੇਵਾ ਕੀਤੀ। ਕਿਵੇਂ ਕੀਤੀ ਜੀ? ਹਰਮੰਦਰ ਸਾਹਿਬ ਵਿੱਚ ਬੈਠ ਕੇ ਬਾਬਾ ਸ਼ਾਮ ਸਿੰਘ ਜੀ ਦੇ ਮੁਖੋਂ ਇੱਕ ਪੰਕਤੀ ਦਾ ਕੀਰਤਨ ਸੁਣਦੇ ਆ ਜੀ। ਇੱਕੋ ਹੀ ਪੰਕਤੀ ਸੁਣੀ ਜੀ, ਗੁਰਮੁਖੋ ਜੀਵਨ ਬਦਲ ਗਿਆ। ਘਰ ਦੀ ਕਹਿਣ ਲੱਗੀ ਜੀ ਰਸੋਈ ਚੋਂਦੀ ਹੈ, ਮਿਸਤਰੀਆਂ ਦਾ ਪ੍ਰਸ਼ਾਦਾ ਪਾਣੀ ਭਾਈ ਦੇਸ ਰਾਜ ਦੇ ਘਰ ਪੱਕਦਾ ਸੀ। ਰਸੋਈ ਚੋਂਦੀ ਹੈ, ਰਸੋਈ ਠੀਕ ਕਰਾਉਣੀ ਹੈ, ਪੈਸੇ ਦੇ ਦਿਓ। ਦੇਸ ਰਾਜ ਕਹਿਣ ਲੱਗਾ ਭਾਗਾਂ ਵਾਲੀਏ, ਇਹ ਪੈਸੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸਾ ਹੋ ਚੁੱਕਿਆ ਸਾਰਾ। ਇਹ ਪੈਸੇ 1 ਰੁਪਈਆ ਵੀ ਹੁਣ ਅਸੀਂ ਆਪਣੇ ਘਰ ਨਹੀਂ ਲਾ ਸਕਦੇ। ਜੇ ਤੂੰ ਪੈਸੇ ਲਾਉਣੇ ਆ ਤੇ ਮਜ਼ਦੂਰਾਂ ਦੇ ਨਾਲ ਦਿਹਾੜੀ ਕਰ ਲੈ, ਤੇ ਤੈਨੂੰ ਮੈਂ ਦਿਹਾੜੀ ਦੇ ਦਾਂਗਾ, ਰਸੋਈ ਸੈੱਟ ਕਰਾ ਲਾ। ਸਾਰਾ ਜੀਵਨ ਹੀ ਗੁਰੂ ਰਾਮਦਾਸ, ਸਾਰੀ ਮਾਇਆ ਹੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਭੇਟ ਕਰਤੀ। ਬ੍ਰਹਮ ਗਿਆਨੀ ਬਾਬਾ ਸ਼ਾਮ ਸਿੰਘ ਜੀ ਨੇ ਹੱਥੀਂ ਪੋਥੀ ਲਿਖੀ ਦੀ ਇੱਕ, ਮੈਂ ਪੜ੍ਹ ਕੇ ਆਇਆ ਜੀ, ਉਹਨਾਂ ਦੇ ਸਥਾਨ ਦੇ ਉੱਤੇ ਉਹ ਪੋਥੀ ਹੈ। ਸਾਖੀ ਦੇਸ ਰਾਜ ਕੀ। ਕਹਿੰਦੇ ਜਦੋਂ ਉਹ ਹਿੰਦੂ ਵੀਰ ਦੇਸ ਰਾਜ ਸਰੀਰ ਛੱਡਦਾ ਨਾ, ਉਹਨੂੰ ਲੈਣ ਵਾਸਤੇ ਗੁਰੂ ਰਾਮਦਾਸ ਫਿਰ ਆਪ ਹੀ ਆਏ ਸੀਗੇ ਜੀ। ਕਹਿਣ ਦਾ ਭਾਵ ਉਹਨੇ ਮਹਾਰਾਜ ਗੁਰੂ ਰਾਮਦਾਸ ਦੇ ਘਰ ਸੇਵਾ ਕੀਤੀ ਸੀ। ਪਰ ਇਹ ਸਾਰੀ ਕਿਰਪਾ ਕਿਵੇਂ ਹੋਈ? ਇੱਕ ਖਿੰਨ 'ਚ ਹੋ ਗਈ ਜੀ, ਇੱਕ ਖਿੰਨ 'ਚ। ਉਹਨੂੰ ਕੀ ਪਤਾ, ਉਹ ਤਾਂ ਜਿਵੇਂ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਉਵੇਂ ਉਹ ਵੀ ਗਿਆ ਸੀ, ਜਿਵੇਂ ਅਸੀਂ ਜਾਂਦੇ ਉਵੇਂ ਉਹ ਵੀ ਗਿਆ ਸੀ। ਉਹਨੂੰ ਨਹੀਂ ਸੀ ਪਤਾ ਵੀ ਦਰਬਾਰ ਸਾਹਿਬ ਅੱਜ ਗਿਆ ਮੇਰੀ ਜ਼ਿੰਦਗੀ ਬਦਲ ਜਾਣੀ ਹੈ। ਅੰਮ੍ਰਿਤ ਵੇਲਾ ਸੀ, ਬਸ ਸੁਣ ਲਿਆ ਕੀਰਤਨ, ਬਾਣੀ ਹਿਰਦੇ 'ਚ ਵਸ ਗਈ। ਉਸ ਦਿਨ ਤੋਂ ਬਾਅਦ ਜ਼ਿੰਦਗੀ ਆਨੰਦ ਵਿੱਚ ਆ ਗਈ। ਗੁਰੂ ਰਾਮਦਾਸ ਜੀ ਦਾ ਗੁਰਪੁਰਬ ਮਨਾ ਰਹੇ ਹੋ, ਮਹਾਰਾਜ ਨੂੰ ਕਹੋ ਮਹਾਰਾਜ ਅਸੀਂ ਤੇ ਲਾਈਵ ਹੀ ਸੁਣਦੇ ਰਹਿੰਦੇ, ਅਸਰ ਕਿਉਂ ਨਹੀਂ ਹੁੰਦਾ ਸਾਡੇ ਤੇ? ਸਾਡੇ ਤੇ ਕਿਉਂ ਨਹੀਂ ਅਸਰ ਹੋ ਰਿਹਾ? ਸਾਡੀ ਕਿਉਂ ਨਹੀਂ ਜ਼ਿੰਦਗੀ ਬਦਲ ਰਹੀ? ਸਾਡੀ ਜ਼ਿੰਦਗੀ 'ਚ ਉਹੋ ਜਿਹਾ ਬੈਰਾਗ ਕਿਉਂ ਨਹੀਂ ਆਉਂਦਾ? ਸਾਡੀ ਜ਼ਿੰਦਗੀ 'ਚ ਉਹੋ ਜਿਹਾ ਤਿਆਗ ਕਿਉਂ ਨਹੀਂ ਆਉਂਦਾ? ਕਮੀ ਕਿੱਥੇ ਰਹਿ ਗਈ ਹੈ? ਕਮੀ ਗੁਰਮੁਖੋ ਸਾਡੀ ਆਪਣੀ ਜ਼ਿੰਦਗੀ 'ਚ ਆ ਗਈ ਹੈ। ਸਾਡਾ ਸਤਿਗੁਰਾਂ ਦੇ ਉੱਤੇ ਉਹੋ ਜਿਹਾ ਭਰੋਸਾ ਨਹੀਂ ਝਿਰਿਆ। ਗੁਰੂ ਰਾਮਦਾਸ ਜੀ ਨੂੰ ਯਾਦ ਕਰੋ, ਤੁਹਾਡਾ ਅੰਦਰ ਕਿਉਂ ਨਾ ਸ਼ਾਂਤ ਹੋਵੇ ਜੀ? ਜੇ ਸਤਿਗੁਰ ਸਿਮਰੰਥ ਨੈਣ ਕੇ ਤਿਮਰ ਮਿਟਹਿ ਖਿਨ, ਜੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ। ਗੁਰੂ ਰਾਮਦਾਸ ਜੀ ਨੂੰ ਯਾਦ ਕੀਤਿਆਂ ਦਿਨੋਂ ਦਿਨ ਤੁਹਾਡੇ ਅੰਦਰ ਨਾਮ ਦੀ ਕਿਰਪਾ ਚੱਲਣ ਲੱਗ ਪੈਂਦੀ। ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਅੰਦਰ ਸੜਦਾ ਰਹਿੰਦਾ ਜੀ। ਤੁਸੀਂ ਵੇਖਿਓ ਆ ਗਰਮੀ ਲੰਘ ਗਈ ਆ, ਚਲੋ ਹੁਣ ਪੱਖੇ ਲੱਗ ਗਏ ਆ,
ਇਹ ਵੀ 2-4 ਦਿਨਾਂ ਨੂੰ ਬੰਦ ਹੋ ਜਾਣੇ ਆ। ਅੱਤ ਦੀ ਠੰਡ ਆ ਜਾਣੀ ਹੈ, ਪਰ ਅੰਦਰ ਤੇ ਸੜਦਾ ਭੁੱਜਦਾ ਹੀ ਰਹਿੰਦਾ ਨਾ ਜੀ। ਮਨ ਤੇ ਸੜਦਾ ਹੀ ਭੁੱਜਦਾ ਰਹਿੰਦਾ। ਆਪਣੀ ਪੰਜਾਬ ਦੀ ਦੇਸੀ ਬੋਲੀ ਕਹਿੰਦੇ ਛੱਡ ਪਰਾਂ, ਇਹਦੇ ਨਾਲ ਕੀ ਗੱਲ ਕਰਨੀ ਆ, ਇਹ ਤੇ ਸੜਦਾ ਭੁੱਜਦਾ ਹੀ ਰਹਿੰਦਾ ਜੀ। ਕਿਉਂ? ਅੰਦਰ ਸ਼ਾਂਤ ਨਹੀਂ ਹੈਗਾ, ਅੰਦਰ ਕਲਪਿਆ ਪਿਆ ਜੀ। ਭੱਟ ਜੀ ਕਹਿੰਦੇ ਗੁਰੂ ਰਾਮਦਾਸ ਜੀ ਨੂੰ ਯਾਦ ਕੀਤਿਆਂ ਤੁਹਾਡਾ ਅੰਦਰ ਸ਼ਾਂਤ ਹੋ ਜਾਏਗਾ। ਮੈਂ ਇੱਕ ਨਿੱਕਾ ਜਿਹਾ ਟੋਟਕਾ ਤੁਹਾਨੂੰ ਦੱਸ ਦਿੰਦਾ। ਇਹ ਨਾ ਸਮਝਿਓ ਵੀ ਮੈਂ ਸ਼ਬਦ ਦੱਸਣ ਵਾਲਾ ਬਾਬਾ ਆ, ਪਰ ਇੱਕ ਨਿੱਕਾ ਜਿਹਾ ਟੋਟਕਾ ਮੈਂ ਇੱਕ ਗੁਰਮੁਖ ਤੋਂ ਸੁਣਿਆ ਸੀ। ਇਹਨੂੰ ਮੈਂ ਅਜਮਾਇਆ ਵੀ ਤੇ ਤੁਹਾਨੂੰ ਬੇਨਤੀ ਕਰਨ ਲੱਗਾ। ਉਹ ਇਹ ਹੈ ਵੀ ਗੁੱਸਾ ਤੇ ਆਪਾਂ ਨੂੰ ਚੜ੍ਹ ਹੀ ਆਉਂਦਾ ਜੀ। ਕਿਸੇ ਨਾ ਕਿਸੇ ਗੱਲ ਤੋਂ ਗੁੱਸਾ ਤੇ ਚੜ੍ਹ ਹੀ ਜਾਂਦਾ। ਜਦੋਂ ਤੁਹਾਨੂੰ ਗੁੱਸਾ ਚੜ੍ਹੇ ਤੇ ਗੁਰੂ ਰਾਮਦਾਸ ਜੀ ਦੀ ਇੱਕ ਪੰਕਤੀ ਉਸੇ ਵੇਲੇ ਆਪਣੇ ਮਨ 'ਚ ਰਿਪੀਟ ਕਰਨੀ ਸ਼ੁਰੂ ਕਰ ਦਿਓ। ਇਸ ਗੱਲ ਨੂੰ ਸਾਰੇ ਨੌਜਵਾਨ ਵੀ ਸੁਣਿਓ, ਕਿਉਂਕਿ ਮਹਾਰਾਜ ਦਾ ਹਿਰਦਾ ਬੜਾ ਸ਼ਾਂਤ ਸੀ। ਮਹਾਰਾਜ ਦੀ ਇੱਕ ਪੰਕਤੀ ਹੈ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਜਦੋਂ ਗੁੱਸਾ ਆਵੇ ਗੁਰੂ ਰਾਮਦਾਸ ਜੀ ਦੀ ਇਹ ਪੰਕਤੀ ਪੜ੍ਹ ਲਿਓ, ਤੁਹਾਡਾ ਗੁੱਸਾ ਭੱਜ ਜਾਏਗਾ, ਦੂਰ ਹੋ ਜਾਏਗਾ, ਅੰਦਰ ਸ਼ਾਂਤੀ ਆਏਗੀ। ਗੱਲ ਫਿਰ ਰਿਪੀਟ ਕਰਦੇ ਆਂ। ਅਵਲ ਤੇ ਵੈਸੇ ਜਦੋਂ ਗੁੱਸਾ ਚੜ੍ਹਦਾ ਹੈ ਨਾ, ਉਦੋਂ ਕੁਝ ਚੇਤਾ ਹੀ ਨਹੀਂ ਆਉਂਦਾ ਬੰਦੇ ਨੂੰ, ਰੱਬ ਦੀ ਗੱਲ ਚੇਤਾ ਨਹੀਂ ਆਉਂਦੀ। ਪਰ ਜੇ ਤੁਹਾਨੂੰ ਕਥਾ ਚੇਤੇ ਰਹਿ ਜੇ, ਗੁੱਸਾ ਆਵੇ, ਗੁਰੂ ਰਾਮਦਾਸ ਜੀ ਨੂੰ ਯਾਦ ਕਰ ਲਿਓ। ਪੰਕਤੀ ਨਹੀਂ ਨਾ ਯਾਦ ਆਉਂਦੀ, ਕੋਈ ਗੱਲ ਨਹੀਂ, ਇਹੋ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। 5-7 ਵਾਰੀ ਕਹੋਗੇ, ਤੁਹਾਡਾ ਗੁੱਸਾ ਥੱਲੇ ਆ ਜਾਏਗਾ। ਇਹ ਮਹਾਰਾਜ ਗੁਰੂ ਰਾਮਦਾਸ ਜੀ ਦੇ ਨਾਮ ਦੀ ਇੱਕ ਕਲਾ ਹੈ ਵੀ ਗੁਰੂ ਰਾਮਦਾਸ ਜੀ ਨੂੰ ਯਾਦ ਕੀਤਿਆਂ ਅੰਦਰ ਠੰਡਾ ਹੋ ਜਾਂਦਾ ਜੀ। ਮੈਂ ਨਹੀਂ ਕਹਿ ਰਿਹਾ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਅੰਦਰ ਦੀ ਤਪਤ ਅਗਨੀ ਜਿਹੜੀ ਹੈ ਗੁਰੂ ਰਾਮਦਾਸ ਜੀ ਦਾ ਨਾਮ ਲਿਆ ਬੁੱਝ ਜਾਂਦੀ ਹੈ। ਕਿਉਂ ਜੀ? ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਬੜੇ ਸ਼ਾਂਤ ਸੀਗੇ। ਥੜਿਆਂ ਵਾਲੀ ਸਾਖੀ, ਹੋ ਸਕਦਾ ਮੇਰੇ ਤੋਂ ਪਹਿਲਾਂ ਜਿਹੜੇ ਕਥਾ ਕਰਕੇ ਗਏ ਆ, ਥੜਿਆਂ ਵਾਲੀ ਸਾਖੀ ਤੁਹਾਨੂੰ ਸੁਣਾ ਗਏ ਹੋਣ। ਬੜੀ ਵਾਰੀ ਸੁਣੀ ਤੁਸੀਂ ਵੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਕਹਿੰਦੇ ਥੜਾ ਬਣਾਓ, ਗੁਰੂ ਰਾਮਦਾਸ ਜੀ ਬਣਾਉਂਦੇ ਆ, ਸ਼ਾਮੀ ਮਹਾਰਾਜ ਆਉਂਦੇ ਆ, ਗੁਰੂ ਅਮਰਦਾਸ ਜੀ ਕਹਿੰਦੇ ਥੜਾ ਸਹੀ ਨਹੀਂ ਬਣਿਆ, ਢਾਹ ਦਿਓ। ਗੁਰੂ ਰਾਮਦਾਸ ਜੀ ਥੜਾ ਢਾਹ ਦਿੰਦੇ ਜੀ। 7 ਦਿਨ ਇਹ ਕੰਮ ਚੱਲਦਾ ਰਿਹਾ, ਪਰ ਗੁਰੂ ਰਾਮਦਾਸ ਜੀ ਨੂੰ ਖਿੱਝ ਨਹੀਂ ਚੜੀ ਜੀ, ਖਿੱਝ ਨਹੀਂ ਚੜੀ। ਅੱਜ ਜਿਹੜਾ ਹੈ ਨਾ, ਕੰਮ ਬਦਲ ਗਿਆ। ਪਹਿਲਾਂ ਹੁੰਦਾ ਸੀ ਵੀ ਇਸ ਬੰਦੇ ਨੇ ਮੈਨੂੰ 3 ਵਾਰੀ ਇਹ ਗੱਲ ਕਹੀ ਹੈ, ਮੈਂ ਸਹਿਣ ਕੀਤੀ ਹੈ, ਹੁਣ ਨਹੀਂ ਮੈਂ ਇਹਨੂੰ ਬਖਸ਼ਣਾ। ਮੈਂ ਇਹਨੂੰ ਇਉਂ ਲੈਣਾ ਵੀ ਅੰਦਰ ਦੀ ਸਹਿਣਸ਼ੀਲਤਾ ਜਿਹੜੀ ਸੀ, ਉਹਦਾ ਇੱਕ ਸੀਗਾ ਵੀ 3 ਵਾਰੀ ਬੰਦਾ ਸਹਿੰਦਾ ਸੀ ਗੱਲ, ਵੀ 1 ਵਾਰੀ ਗਲਤੀ ਕਰਤੀ, 2 ਵਾਰੀ ਕਰਤੀ, 3 ਵਾਰੀ ਕਰਤੀ, 3 ਵਾਰੀ ਗਲਤੀ ਸਹਿ ਲੈਂਦਾ ਸੀ ਵੀ ਕੋਈ ਨਹੀਂ। ਪਰ ਹੁਣ ਅੰਦਰ ਸਹਿਣਸ਼ੀਲਤਾ ਇੰਨੀ ਵੀ ਨਹੀਂ ਹੈਗੀ। ਗੁਰਮੁਖੋ 1 ਵਾਰੀ ਗਲਤੀ ਸਹਿਣ ਨਹੀਂ ਚਾਹੁੰਦੀ, 1 ਵਾਰੀ। ਪਹਿਲਾਂ ਸਾਡੇ ਤੋਂ ਜਿਹੜੀ ਮੇਰੇ ਤੋਂ 20 ਸਾਲ ਵੱਡੀ ਜਿਹੜੀ ਪੀੜ੍ਹੀ ਹੈ ਨਾ, ਇਹ 3 ਵਾਲੀ ਸੀਗੀ। ਹੁਣ ਅਸੀਂ 1 ਵਾਰੀ ਵਾਲੇ ਤੇ ਆ ਗਏ। ਗੁਰੂ ਰਾਮਦਾਸ ਜੀ ਦਾ ਅੰਦਰ ਕਿੰਨਾ ਸ਼ਾਂਤ ਹੋਏਗਾ। 7 ਵਾਰੀ ਥੜਾ ਢਵਾਇਆ, 7 ਵਾਰੀ ਬਣਵਾਇਆ, ਪਰ ਗੁਰਮੁਖੋ ਗੁਰੂ ਰਾਮਦਾਸ ਜੀ ਐਨ ਸ਼ਾਂਤ ਨੇ।
ਗੁਰੂ ਰਾਮਦਾਸ ਜੀ ਨੇ ਇੱਕ ਵਾਰੀ ਵੀ ਮਾੜਾ ਸ਼ਬਦ ਮੂੰਹੋਂ ਨਹੀਂ ਬੋਲਿਆ, ਖਿਜੇ ਨਹੀਂ। ਹਾਂ ਇੱਕ ਗੱਲ ਗੁਰੂ ਅਮਰਦਾਸ ਜੀ ਨੂੰ ਕਹੀ ਵੀ ਮਹਾਰਾਜ ਜਿਹੋ ਜਿਹਾ ਥੜਾ ਤੁਸੀਂ ਬਣਵਾਉਣਾ ਚਾਹੁੰਦੇ ਹੋ ਮਹਾਰਾਜ ਇਹੋ ਜਿਹਾ ਬਣਨਾ ਵੀ ਨਹੀਂ ਹੈ। ਉਹਦਾ ਕਾਰਨ ਇਹ ਹੈ ਤੁਸੀਂ ਸਮਝਾਉਂਦੇ ਹੋ ਮੇਰੇ ਕੋ ਭੁੱਲ ਹੋ ਜਾਂਦੀ ਹੈ। ਜਦੋਂ ਮੈਂ ਇਹ ਗੱਲ ਪੜ੍ਹੀ ਨਾ ਮੈਂ ਆਪਣੇ ਮਨ ਵਿੱਚ ਸੋਚਿਆ ਵੀ ਵੇਖੋ ਮਹਾਰਾਜ ਦੀ ਖੇਡ, ਮਨਮੁਖ ਬੰਦਾ ਦੂਜੇ ਦੀ ਗਲਤੀ ਕੱਢ ਕੇ ਖੁਸ਼ ਹੈ ਜੀ। ਘਰਾਂ 'ਚ ਕਲੇਸ਼ ਕਾਹਦੇ ਆ ਜੀ, ਦੂਜੇ ਦੀ ਗਲਤੀ ਕਰਦੇ ਵੀ ਤੂੰ ਗਲਤੀ ਕੀਤੀ ਹੈ, ਤੇਰਾ ਪਵਾੜਾ ਹੈ ਸਾਰਾ। ਮਨਮੁਖ ਬੰਦਾ ਦੂਜੇ ਦੀ ਗਲਤੀ ਕੱਢਦਾ, ਪਰ ਗੁਰਮੁਖ ਬੰਦਾ ਆਪਣੀ ਖੋਜ ਕਰਦਾ ਵੀ ਮੇਰੇ ਕੋ ਕੋਈ ਗਲਤੀ ਤਾਂ ਨਹੀਂ ਹੋ ਰਹੀ। ਇਹ ਬੜੀ ਪੋਜ਼ਿਟਿਵਿਟੀ 'ਚ ਗੁਰਮੁਖ ਬਣਨਾ ਆਪਾਂ, ਮਨਮੁਖ ਨਹੀਂ ਬਣਨਾ। ਗੁਰਮੁਖ ਬੰਦਾ ਇਹ ਸੋਚਦਾ ਹੈ ਵੀ ਮੇਰੇ ਕੋ ਗਲਤੀ ਤਾਂ ਨਹੀਂ ਹੋ ਰਹੀ ਕੋਈ, ਉਹ ਆਪਣੇ ਆਪ ਦੀ ਪੜਚੋਲ ਕਰਦਾ ਹੈ ਵੀ ਜੇ ਮੇਰੇ ਕੋ ਗਲਤੀ ਹੋ ਰਹੀ ਹੈ ਮੈਂ ਸੁਧਾਰ ਲਵਾਂ। ਗੁਰੂ ਰਾਮਦਾਸ ਜੀ ਕੋਲੋਂ ਗਲਤੀ ਨਹੀਂ ਹੋ ਰਹੀ, ਥੜਾ ਗਲਤ ਨਹੀਂ ਬਣਦਾ, ਥੜਾ ਤੇ ਠੀਕ ਹੀ ਬਣਦਾ ਹੈ। ਪਰ ਗੁਰੂ ਅਮਰਦਾਸ ਜੀ ਜਾਣ ਬੁੱਝ ਕੇ ਕਹਿੰਦੇ ਤੂੰ ਗਲਤ ਬਣਾਇਆ। ਮਹਾਰਾਜ ਚੈੱਕ ਕਰਦੇ ਆ ਵੀ ਅੰਦਰ ਜਰਨ ਸ਼ਕਤੀ ਹੈਗੀ ਕਿ ਨਹੀਂ ਹੈਗੀ। ਕਿਤੇ ਕਥਾ ਸੁਣ ਕੇ ਆਪਣੇ ਬੱਚਿਆਂ ਦੀ ਨਾ ਚੈੱਕ ਕਰ ਬੈਠਿਓ, ਨਾ ਉੱਡ ਕੇ ਪੈ ਜਾਣਾ ਜੇ, ਕਿਉਂਕਿ ਅੱਜ ਕੱਲ ਜਰਨ ਸ਼ਕਤੀ ਨਹੀਂ ਚ ਹੈ ਸਾਰਿਆਂ 'ਚ। ਕੋਈ ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ ਹੈ। ਮਾਂ ਨਹੀਂ ਪਿਆਰੀ, ਪਿਓ ਨਹੀਂ ਪਿਆਰਾ, ਭੈਣ ਨਹੀਂ ਪਿਆਰੀ, ਭਰਾ ਨਹੀਂ ਪਿਆਰਾ, ਰਿਸ਼ਤੇਦਾਰ ਨਹੀਂ ਪਿਆਰੇ, ਗੁਰੂ ਨਹੀਂ ਪਿਆਰਾ, ਹਰ ਇੱਕ ਨੂੰ ਪਿਆਰਾ ਫੋਨ ਹੈ। ਹਰ ਇੱਕ ਨੂੰ ਪਿਆਰਾ ਫੋਨ ਹੈ। ਤੇ ਇਸ ਫੋਨ ਦਾ ਨੁਕਸਾਨ, ਫਾਇਦੇ ਵੀ ਹੈਗੇ ਆ ਪਰ ਨੁਕਸਾਨ ਵੱਡਾ ਇਹ ਹੈ ਇਹਨੇ ਅੰਦਰ ਸਹਿਣਸ਼ੀਲਤਾ ਨਹੀਂ ਰਹਿਣ ਦਿੱਤੀ। ਸੁਭਾਅ ਕਾਲੇ ਜਿਹੇ ਹੋ ਗਏ, ਕਾਲੇ ਜਿਹੇ, ਹਰ ਕੰਮ ਕਾਲੀ ਕਾਲੀ ਕਰਨਾ, ਛੇਤੀ ਛੇਤੀ ਕਰਨਾ, ਕਾਲੀ ਕਾਲੀ ਕਰਨਾ। ਪਤਾ ਕਿਉਂ? 100 ਵਾਰੀ ਰੋਜ਼ ਦਾ ਆਪਾਂ YouTube ਤੇ ਸਰਚ ਕਰਦੇ ਹਾਂ, ਕੋਈ ਫੇਸਬੁੱਕ ਤੇ ਸਰਚ ਕਰਦਾ ਹੈ, ਕੋਈ ਇੰਸਟਾ ਤੇ, ਕੋਈ WhatsApp ਤੇ ਨੈਟ 5G ਹੈ ਜਾਂ ਜੀਓ ਹੈ। ਉਹ ਕੀ ਕਰਦੇ ਆ? ਉਹ 1 ਸਕਿੰਟ ਤੋਂ ਪਹਿਲਾਂ ਚੀਜ਼ ਕੱਢ ਕੇ ਤੁਹਾਡੇ ਸਾਹਮਣੇ ਰੱਖ ਦਿੰਦਾ। ਇਸ ਗੱਲ ਨੂੰ ਧਿਆਨ ਨਾਲ ਸੁਣਿਓ, ਇਹਦਾ ਨੁਕਸਾਨ ਤੇ 1 ਸਕਿੰਟ ਤੋਂ ਪਹਿਲਾਂ ਚੀਜ਼ ਕੱਢ ਕੇ ਤੁਹਾਡੀ ਸਕਰੀਨ ਤੇ ਆ ਜੇ ਦਿਆ ਦਿੰਦਾ। ਬਸ ਜਿਵੇਂ ਨੈਟ ਚੱਲਦਾ ਨਾ, 1 ਸਕਿੰਟ ਤੋਂ ਪਹਿਲਾਂ ਚੀਜ਼ ਤੁਹਾਡੀ ਸਕਰੀਨ ਤੇ ਹੁੰਦੀ ਹੈ। ਬੰਦਾ ਕਹਿੰਦਾ ਬਸ 1 ਸਕਿੰਟ ਤੋਂ ਪਹਿਲਾਂ ਜੋ ਮੈਂ ਕਿਹਾ ਉਹ ਕੰਮ ਵੀ ਉਵੇਂ ਹੀ ਹੋਣਾ ਚਾਹੀਦਾ, ਕਿਉਂਕਿ ਉਹ ਕਾਹਲ ਵਾਲਾ ਸੁਭਾਅ ਬਣ ਗਿਆ। ਵਧੀਆ ਸੀਗਾ, ਬਫਰਿੰਗ ਹੁੰਦੀ ਸੀ, ਸਹਿਜੇ ਸਹਿਜੇ ਨੈਟ ਚੱਲਦੇ ਸੀ, ਉਹ ਵਧੀਆ ਸੀ। ਉਹਦੇ ਨਾਲ ਸਹਿਣਸ਼ੀਲਤਾ ਤਾਂ ਹੈਗੀ, ਹੌਸਲਾ ਤਾਂ ਹੈਗਾ ਸੀ ਨਾ। ਹੁਣ ਹੌਸਲਾ ਗਵਾਚ ਗਿਆ। ਗੁਰੂ ਰਾਮਦਾਸ ਜੀ ਦੇ ਅੰਦਰ ਸਹਿਜ ਬੜਾ, ਟਿਕਾਓ ਬੜਾ, ਸਾਡੇ ਅੰਦਰ ਕਾਹਲ ਬੜੀ ਹੈ। ਇਸੇ ਕਰਕੇ ਅੰਦਰ ਦਾ ਹਨੇਰਾ ਦੂਰ ਨਹੀਂ ਹੁੰਦਾ। ਮਹਾਰਾਜ ਸਹਿਜ ਵਿੱਚ ਨੇ, ਮਹਾਰਾਜ ਟਿਕਾਓ ਵਿੱਚ ਨੇ, ਅਸੀਂ ਕਾਹਲ ਵਿੱਚ ਹੈਗੇ ਆ, ਤਾਂ ਨਹੀਂ ਗੱਲ ਬਣਦੀ। ਹੁਣ ਅਸੀਂ ਸਹਿਜ 'ਚ ਆਵਾਂਗੇ ਕਿਵੇਂ? ਆਹ ਗੱਲ ਕਰਕੇ ਮੈਂ ਖਿਮਾ ਮੰਗਾਂਗਾ, ਟਾਈਮ ਹੋ ਗਿਆ ਆਪਣਾ। ਅਸੀਂ ਸਹਿਜ 'ਚ ਕਿਵੇਂ ਆਵਾਂਗੇ? ਗੁਰਮੁਖੋ ਸਹਿਜ ਵਿੱਚ ਆਉਣ ਦਾ ਇੱਕੋ ਹੀ ਤਰੀਕਾ ਹੈ ਕਿ ਸਤ ਸੰਗਤ ਵਿੱਚ ਜਾ ਕੇ ਬਿਲਕੁਲ ਇਕਾਗਰ ਹੋ ਕੇ ਪਰਮਾਤਮਾ ਦੀ, ਵਾਹਿਗੁਰੂ ਦੀ ਸਿਫਤ ਸਲਾਹ ਕਰਨੀ। ਜੀਭ ਤੋਂ ਜਪਦਿਆਂ ਸਹਿਜੇ ਸਹਿਜੇ ਫਿਰ ਬੰਦੇ ਵਿੱਚ ਸਹਿਜ ਆਉਂਦਾ। ਗੁਰੂ ਰਾਮਦਾਸ ਜੀ ਨੇ ਆਪਣੀ ਗਲਤੀ ਕੱਢੀ। ਗੁਰੂ ਅਮਰਦਾਸ ਜੀ ਨੂੰ ਨਹੀਂ ਕੁਝ ਕਿਹਾ, ਕਹਿੰਦੇ ਮਹਾਰਾਜ ਮੇਰੀ ਗਲਤੀ ਹੈ, ਮੇਰੇ ਕੋਲ ਥੜੇ ਨਹੀਂ ਬਣਦੇ, ਤੁਸੀਂ ਠੀਕ ਹੋ ਮਹਾਰਾਜ। ਸਹਿਜ ਆ ਗਿਆ ਨਾ, ਮਹਾਰਾਜ ਨੇ ਛਾਤੀ ਨਾਲ ਲਾ ਲਿਆ। ਗੁਰੂ ਅਮਰਦਾਸ ਜੀ ਨੇ
महाराज कहते बिल्कुल ठीक। थड़ा तो पहले दिन ही ठीक बन गया सी, कहन लगे 7 दिन हो गए तुहानू थड़ा ढाउंदियां, थड़ा तो पहले दिन ही ठीक बन गया सी। असीं तां तुहाडा अंदर वेख रहे सां, अंदर मजबूत होया कि नहीं होया, अंदर मजबूत होया कि नहीं होया। ਉਹ बस बाणी सानू अंदरों मजबूत करती है। जिन्ना कोई बाणी का वध तो वध अभ्यास करे, सेवा करे, बाणी उन्होंने उन्ना ही अंदरों मजबूत करती है। जिन्ना तुसीं वेखियो जेड़ा बंदा फोन चलाउंदा होएगा वो अंदरों उन्ना ही टुटिया होएगा, और अंदर सहज नहीं होएगा, और अंदर काल ज्यादा होएगी, वो हर काम च काल करेगा। ये निशानी है बंदे की। जे सतगुर सिमरंत जी की तपत मिटावै, जे सतगुर सिमरंत रिद्ध सिद्ध नव निध पावै। रिद्धि सिद्धि नौ निधि दो चीज़ां ने। निधियां 9 ने, खजाने ने 9, रिद्धि सिद्धि 18 ने गुरमुखो। गुरु रामदास जी नूं याद कीतियां बंदे को निधियां आ जांदियां, खजाने आ जांदे जे, खजाने आ जांदे। भाव मैं वेखिया कंगाल बंदे, गरीब बंदे राजे बनते वेखे जिन्हां गुरु रामदास जी की सेवा की जी, उन्हां दे घर की सेवा की। मैनू एक सिंह कहंदा ज्ञानी जी मैं अखंड पाठी भर्ती होया सा दरबार साहब। एक सिंह ने गल दसी, कहंदा सैकल च पैंचर लवाउण दे पैसे नहीं सी हुंदे, पैंचर लवाउण दे एडा बुरा हाल सी साडा। कहंदा अज गुरु रामदास जी दियां मेहरां, गुरु रामदास जी दे घर दा प्रताप, दिल्ली तक भी जाना होवे ते जहाज च जाईदा। कहंदा दिल्ली भी बाय रोड नहीं जाईदा, जहाज च जाना। ये खजाने मिलते हैं गुरु रामदास जी के घर की सेवा कीतियां। उत्थे वड्डे वड्डे पुलिस अफसर टॉयलेट साफ करन दी सेवा करते हैं। वो कहते सिपाही भर्ती होए सां, इत्थों की सेवा कर करके तरक्कियां मिलियां ने। क्योंकि कलयुग के जिन्ने तीर्थ ने उन्हां सारे तीर्थां दा राजा जे कोई है वो सचखंड श्री हरिमंदर साहिब है। ते जे सतगुर सिमरन रिद्ध सिद्ध नव निध, 9 निधियां खजाने मिलते हैं, रिद्धियां सिद्धियां ताकतां भी मिलन लग पैंदियां। रिद्धि सिद्धि की हुंदी है भी जो बोलना वो सच होना, फिर जो सोचना वो भी सच हो जाना, फिर शरीर वड्डा करना, शरीर छोटा करना, गुप्त हो जाना, प्रगट हो जाना, फुरनियां नाल ही लोकां दे काम करी जाने। ये रिद्धि सिद्धि है। गुरु रामदास जी के घर सेवा करने वाले, पाटे लीड़े पाउण वाले भी जेड़े आ उन्हां च रिद्धियां सिद्धियां हुंदियां ने। दरबार साहब का चौर प्रधान उहदा मैं बचन सुना के खिमा मंगा। वो सिंह अपने घर चला सी ते रोज दोपहर दे इशनान की सेवा कराउण वाला एक बजुर्ग उन्हें नाम लैके कहा फलाना सिया तू इत्थे तुरिया फिरदा, तेरे घर चोर पैन लगे। वो घर साध संगत भज्जिया गया ते की वेखिया भी चोर दरवाजा जंदरा तोड़न दए सी। उन्हें कहा चोर तो फड़ दे, पर मन विच आया भी मना ये चोर तो अजे हुण पहुंचे है, मैनू आउंदियां नूं 5 मिनट लगे आ, बापू नूं किवें पता लग गया भी चोर आ रहे हैं। फिर मन विच आया मना गुरु रामदास जी के घर जिहड़े मनो सेवा करते हैं ना उन्हां दे कोल ताकतां भी बड़ियां आ जांदियां ने, बड़ियां ताकतां रिद्धियां सिद्धियां 9 निधियां आउंदियां। तुसीं गरीब हो, अमीर होना, मैं कहना अमीर होने वास्ते ही गुरु रामदास जी का पल्ला फड़ लो, महाराज कर देणगे। बाणी च लिखिया जे जे सतगुर सिमरंत रिद्ध सिद्ध नव निध पावै, सोई रामदास गुर बल भण मिल संगत धन धन करहो
ਕਹਿੰਦੇ ਭਾਈ ਗੁਰਸਿੱਖੋ ਸਾਰੇ ਇਕੱਠੇ ਹੋ ਕੇ ਐਸੇ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਕਿਹਾ ਕਰੋ। ਇੱਕ ਵਾਰੀ ਪਿਆਰ ਨਾਲ ਕਹੋ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ। ਕਿੰਨੇ ਤੁਸੀਂ ਬੈਠੇ ਚ ਗੱਜ ਕੇ ਕਹੋ, ਧੰਨ ਧੰਨ ਸ਼੍ਰੀ ਗੁਰੂ। ਕਿਉਂ ਜੀ, ਕਿਉਂ ਗੁਰੂ ਨੂੰ ਧੰਨ ਕਿਉਂ ਕਹਿਣਾ? ਮਹਾਰਾਜ ਦੀ ਇੱਕ ਪੰਕਤੀ, ਹਰ ਬੰਦਾ ਚਾਹੁੰਦਾ ਨਾ ਮੇਰੀ ਇੱਜ਼ਤ ਰਹਿ ਜੇ। ਗਲਤੀਆਂ ਹਰ ਬੰਦਾ ਕਰਦਾ, ਭੁੱਲਾਂ ਹਰ ਬੰਦਾ ਕਰਦਾ, ਵੱਡੇ ਵੱਡੇ ਅਪਰਾਧ ਵੀ ਹੋ ਜਾਂਦੇ, ਪਰ ਬੰਦਾ ਚਾਹੁੰਦਾ ਵੀ ਮੇਰੀ ਇੱਜ਼ਤ ਬਣੀ ਰਹੇ, ਪਰਦਾ ਕੱਜਿਆ ਰਵੇ। ਬਾਣੀ ਵਿੱਚ ਜ਼ਿਕਰ ਆਉਂਦਾ, ਮਹਾਰਾਜ ਕਹਿੰਦੇ ਸਭ ਧੰਨ ਕਹੋ ਗੁਰ ਸਤਿਗੁਰੂ। ਗੁਰ ਸਤਿਗੁਰੂ ਜਿਤ ਮਿਲ ਹਰ ਪਰਦਾ ਕੱਜਿਆ। ਸਾਰੇ ਗੁਰੂ ਨੂੰ ਧੰਨ ਧੰਨ ਕਿਹਾ ਕਰੋ। ਜਿਹੜਾ ਗੁਰੂ ਨੂੰ ਧੰਨ ਕਹੇਗਾ ਉਹਦਾ ਪਰਦਾ ਕੱਜਿਆ ਰਹਿੰਦਾ। ਸਾਧ ਸੰਗਤ ਜੀ, ਦਰਗਾਹ 'ਚ ਪਰਦਾ ਬਣ ਜਾਂਦਾ ਉਹਦਾ ਜੀ। ਮਿਲ ਸੰਗਤ ਧੰਨ ਧੰਨ ਕਰੋ, ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੋ। ਕਹਿੰਦੇ ਇੱਥੇ ਗੱਲ ਮੁਕਾਈ, ਗੁਰੂ ਰਾਮਦਾਸ ਜੀ ਦੇ ਚਰਨੀ ਲੱਗਿਆਂ ਰੱਬ ਹੀ ਮਿਲ ਜਾਂਦਾ ਹੈ। ਐਡੇ ਵੱਡੇ ਨੇ ਗੁਰੂ ਰਾਮਦਾਸ ਜੀ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਪਰ ਯਾਦ ਉਸ ਹਿਸਾਬ ਨਾਲ ਕਰਿਆ ਕਰੋ ਜਿਵੇਂ ਮਹਾਰਾਜ ਯਾਦ ਕਰਨ ਨੂੰ ਕਹਿੰਦੇ ਆ। ਇਹ ਸਭ ਕੁਝ ਯਾਦ ਕੀਤਿਆਂ 'ਚ, ਯਾਦ ਕੀਤਿਆਂ ਰਿੱਧੀ ਸਿੱਧੀ ਮਿਲਦੀ, ਯਾਦ ਕੀਤਿਆਂ ਅੰਦਰ ਸ਼ਾਂਤੀ ਆਉਂਦੀ, ਯਾਦ ਕੀਤਿਆਂ ਅੰਦਰ ਦਾ ਹਨੇਰਾ ਦੂਰ ਹੁੰਦਾ, ਯਾਦ ਕੀਤਿਆਂ ਬਖਸ਼ਿਸ਼ਾਂ ਮਿਲਦੀਆਂ। ਪਰ ਉਸ ਤਰੀਕੇ ਨਾਲ ਯਾਦ ਕਰੋ ਜਿਸ ਤਰੀਕੇ ਨਾਲ ਮਹਾਰਾਜ ਯਾਦ ਕਰਨ ਨੂੰ ਕਹਿ ਰਹੇ ਆ। ਕੀ? ਜਦੋਂ ਮਹਾਰਾਜ ਨੂੰ ਯਾਦ ਕਰੋ ਤੁਹਾਨੂੰ ਦੁਨੀਆ ਦਾ ਚੇਤਾ ਭੁੱਲ ਜੇ। ਇਹ ਨਾ ਵੇਖੋ ਸੱਜੇ ਕੌਣ ਖੱਬੇ ਕੌਣ, ਫਿਰ ਬਸ ਤੂੰ ਤੇ ਮੈਂ, ਭਾਵ ਮੈਂ ਤੇ ਮੇਰਾ ਗੁਰੂ, ਫਿਰ ਤੀਜਾ ਨਹੀਂ ਵਿੱਚ ਕੋਈ ਹੋਣਾ ਚਾਹੀਦਾ। ਮਹਾਰਾਜ ਕਿਰਪਾ ਕਰਨ। ਸਤਿਗੁਰਾਂ ਦਾ ਗੁਰਪੁਰਬ ਮਨਾ ਰਹੇ ਹਾਂ। ਅੰਮ੍ਰਿਤਸਰ ਵਾਲਿਓ, ਸੱਜੇ ਖੱਬੇ ਕਿਤੇ ਭਟਕਣ ਦੀ ਲੋੜ ਨਹੀਂ ਹੈ। ਦੁਨੀਆ ਦਾ ਸਭ ਤੋਂ ਵੱਡਾ ਤੀਰਥ ਅੰਮ੍ਰਿਤਸਰ ਦੀ ਧਰਤੀ ਤੇ ਹੈ, ਹਰਿਮੰਦਰ ਸਾਹਿਬ। ਇਹੋ ਜਿਹਾ ਤੀਰਥ ਕਿਤੇ ਵੀ ਨਹੀਂ ਹੈ। ਸੋ ਮਹਾਰਾਜ ਦੇ ਘਰ ਦੀ ਸੇਵਾ ਕਰਿਆ ਕਰੋ, ਮਹਾਰਾਜ ਦੇ ਘਰ ਵਿੱਚ ਹਾਜ਼ਰੀਆਂ ਭਰਿਆ ਕਰੋ, ਲਾਹੇ ਪ੍ਰਾਪਤ ਕਰਿਓ, ਭੁੱਲਾਂ ਦੀ ਮਾਫੀ ਬਖਸ਼ਣੀ। ਆਓ ਫਿਰ ਸਤਿਨਾਮ ਵਾਹਿਗੁਰੂ ਕਹਿ ਕੇ ਖਿਮਾ ਮੰਗੀਏ। ਰਾਗੀ ਸਿੰਘਾਂ ਨੂੰ ਬੇਨਤੀ ਆ, ਉਹਨਾਂ ਨੂੰ ਸੱਦ ਲਿਆਓ। ਸਾਡਾ ਸਮਾਂ ਸੰਪੂਰਨ ਹੋ ਗਿਆ। ਪਿਆਰ ਨਾਲ ਜਿੰਨੇ ਬੈਠੇ ਆ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਗੱਜ ਕੇ ਹੁਣੇ ਮੈਂ ਬੇਨਤੀ ਕੀਤੀ ਨਾ, ਜਦੋਂ ਗੁਰੂ ਨੂੰ ਯਾਦ ਕਰਨਾ ਫਿਰ ਬਸ ਤੂੰ ਤੇ ਮੈਂ, ਚੌਂਕੜੇ ਮਾਰ ਲਓ, ਲੱਕ ਸਿੱਧੇ ਕਰ ਲਓ। 2 ਮਿੰਟ ਸਤਿਨਾਮ ਵਾਹਿਗੁਰੂ ਕਰਨਾ, ਕਿਸੇ ਵੱਲ ਧਿਆਨ ਨਾ ਜਾਏ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਜਿਹੜਾ ਹੁਣ ਤੱਕ ਨਹੀਂ ਬੋਲਿਆ ਉਹ ਵੀ ਬੋਲ ਪਏ ਭਾਈ। ਮੁੜ ਨਹੀਂ ਇੰਜ ਬਹਿਣਾ, ਪਤਾ ਨਹੀਂ ਸਾਲ ਬਾਅਦ ਬਹਿਣਾ, ਜੀਵਨ ਮਿਲਣਾ ਨਹੀਂ ਮਿਲਣਾ। ਗੱਜ ਕੇ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਗਰੀਬ ਨਵਾਜ ਮਿਹਰ ਕਰਨ, ਗੁਰਪੁਰਬ ਦੀਆਂ ਆਪ ਜੀ ਨੂੰ ਵਧਾਈਆਂ ਹੋਣ ਜੀ। ਸੱਚੇ ਪਾਤਸ਼ਾਹ ਮਿਹਰ ਕਰਨ ਤੇ ਗੁਰਪੁਰਬ ਦੀਆਂ ਵਧਾਈਆਂ ਦਿਆ ਕਰੋ। ਜਿਹੜਾ ਮਹਾਰਾਜ ਦੇ ਗੁਰਪੁਰਬ ਦੀਆਂ ਵਧਾਈਆਂ ਦਿੰਦਾ ਫਿਰ ਉਹਦੇ ਘਰ ਪਰਿਵਾਰ ਕੁੱਲ ਸਾਰਿਆਂ ਵਿੱਚ ਵਾਧਾ ਪੈਂਦਾ ਰਹਿੰਦਾ। ਵਧਾਈ ਦਾ ਮਤਲਬ ਹੀ ਇਹੋ ਹੁੰਦਾ ਵੀ ਵਾਧਾ ਹੋਇਆ। ਤੇ ਤੁਹਾਡੇ ਘਰ ਪਰਿਵਾਰ 'ਚ ਵਾਧੇ ਪੈਣਗੇ ਜੇ ਗੁਰੂ ਦੇ ਪੁਰਬ ਦੀਆਂ ਵਧਾਈਆਂ ਦਿਓਗੇ। ਇਸ ਕਰਕੇ ਸਾਰਿਆਂ ਨੂੰ ਗੁਰਪੁਰਬ ਦੀਆਂ ਵੇਖ ਲਓ, ਮੇਰੇ ਤੱਕ ਤੁਹਾਡੀ ਵਧਾਈ ਨਹੀਂ ਤੇ ਆਈ, ਆਵਾਜ਼ ਹੀ ਨਹੀਂ ਆਈ। ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮਹਾਰਾਜ ਮਿਹਰ ਕਰਨ। ਭੁੱਲਾਂ ਦੀ ਮਾਫੀ ਬਖਸ਼ਿਓ ਜੀ। ਭਾਈ ਕੁਮਰਵਰਨ ਸਿੰਘ ਜੀ ਨੇ ਹੁਕਮ ਪਹੁੰਚਾਇਆ ਸੀ, ਉਹਨਾਂ ਦਾ ਧੰਨਵਾਦ। ਸਾਰੇ ਸਿੰਘਾਂ ਦੇ ਸਿਰ ਤੇ ਮਹਾਰਾਜ ਸਤਿਗੁਰੂ ਮਿਹਰਾਂ ਭਰਿਆ ਹੱਥ ਰੱਖਣ। ਭਾਈ ਮਨਪ੍ਰੀਤ ਸਿੰਘ ਜੀ ਗੁਰੂ ਘਰ ਦੇ ਕੀਰਤਨੀਏ, ਉਹਨਾਂ ਨੇ ਹੁਣ ਕੀਰਤਨ ਸਰਵਣ ਕਰਾਵਣਾ। ਫਿਰ ਇੱਕ ਵਾਰੀ ਵਧਾਈਆਂ ਦੇ ਦਿਓ। ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।